संत का मार्ग धर्म की पौड़ी, को बड़ पागी पाए। कोट जन्म के किल बिख नासे, हर चरणी चित लाए। संत का मार्ग धर्म की पौड़ी, को बड़ पागी पाए। संतो राम नाम निस्तरिय, उठत बैठत हर हर ध्याये। अनदिन सुकृत करिए, संतो राम नाम निस्तरिय। तीर्थ बरत अरदान कर, मन में धरै गुमान। नानक नेह फल जात ते, चूं कुंचर इशनान। साध संगत जीओ, ਗੁਰਬਾਣੀ ਵਿਚਾਰ ਦੇ ਸੂਝਵਾਨ ਪਤਵੰਤਿਓ, ਬਾਕੀ ਵੀ ਸਾਰਾ ਗੁਰੂ ਖਾਲਸਾ ਜੀਓ, ਆਪ ਜੀ ਦੇ ਚਰਨਾਂ 'ਚ ਨਮਸਕਾਰ। ਗੁਰੂ ਦੁਆਰਾ ਬਖਸ਼ੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਨਾਲ ਨੌਵੇਂ ਮਹੱਲਾ ਸ਼ਲੋਕਾਂ ਦੀ, ਵਿਰਾਗਮਈ ਸ਼ਲੋਕਾਂ ਦੀ ਵਿਚਾਰ ਕੀਤੀ ਜਾ ਰਹੀ ਹੈ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੰਦੇ ਨੂੰ ਸਮਝਾ ਰਹੇ ਹੈ ਵੀ ਬੰਦੇ ਦੁਨੀਆ ਤੋਂ ਉਦਾਸ ਹੋਣ ਦਾ ਬਲ ਸਿੱਖ ਲੈ। ਉਦਾਸੀ ਤੋਂ ਮਤਲਬ ਹੈ ਵੀ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਵੱਲ ਖਿਆਲ ਕਰਨ ਲੱਗ ਜਾ। ਜੇ ਤੂੰ ਕਰਮ ਧਰਮ ਕਰਦਾ ਹੈ, ਤੀਰਥ ਵਰਤ ਅਰਦਾਨ ਕਰ, ਜੇ ਤੂੰ ਇਹ ਸਾਰਾ ਕੁਛ ਵੀ ਕਰਦਾ ਹੈ, ਮਨ ਮੈਂ ਧਰੈ ਗੁਮਾਨ, ਫਿਰ ਮਨ ਵਿੱਚ ਤੇਰੇ ਹਉਮੈ ਹੰਕਾਰ ਹੈ। ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਜਿਵੇਂ ਹਾਥੀ ਨਹਾ ਕੇ ਫੇਰ ਲਿਬੜ ਲੈਂਦਾ, ਮਿੱਟੀ ਪਾ ਲੈਂਦਾ ਆਪਣੇ ਉੱਪਰ, ਐਸੇ ਤਰੀਕੇ ਨਾਲ ਇਹ ਨੇਫਲ ਚਲੇ ਜਾਣੇ, ਕਿਉਂਕਿ ਅੰਦਰ ਹਉਮੈ ਬੈਠੀ ਹੈ। ਸਾਧ ਸੰਗਤ ਜੀ, ਉਹ ਹਰੀ ਚੰਦ ਦੀ ਮਿਸਾਲ ਆਉਂਦੀ ਹੈ ਗੁਰਬਾਣੀ 'ਚ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਪੇਵੈ। ਆਪਣਾ ਗੁਰੂ ਨਹੀਂ ਪੁੱਛਿਆ, ਦਾਨ ਕਰਦਾ ਰਿਹਾ। ਨੌਬਤ ਇਸ ਤਰ੍ਹਾਂ ਦੀ ਆ ਗਈ ਵੀ ਰਾਜ ਭਾਗ ਵੀ ਚਲੇ ਗਿਆ, ਬੱਚਾ ਮਰਿਆ ਤਾਂ ਉਹਦੇ ਵਾਸਤੇ ਕੱਫਣ ਵੀ ਨਸੀਬ ਨਹੀਂ ਹੋਇਆ, ਮਸਾਣਾ 'ਚ ਨੌਕਰੀ ਕਰਨੀ ਪਈ, ਔਰ ਪ੍ਰਾਪਤੀ ਕੁਛ ਨਹੀਂ ਹੋਈ। ਇਸ ਕਰਕੇ ਪੁੰਨਦਾਨ ਦੀ ਬਜਾਏ ਸੇਵਾ ਦੇ ਕਨਸੈਪਟ ਨੂੰ ਅਪਣਾਈਏ। ਸੇਵਾ ਦੇ ਵਿੱਚ ਨਿਮਰਤਾ ਹੁੰਦੀ ਹੈ, ਹੰਕਾਰ ਨਹੀਂ ਹੁੰਦਾ। ਕੰਮ ਉਹੀ ਹੁੰਦਾ ਹੈ, ਪਰ ਫਰਕ ਹੁੰਦਾ ਹੈ ਅੰਦਰ ਤੋਂ, ਦਿਸ਼ਾ ਦਾ ਫਰਕ ਹੁੰਦਾ। ਜਿਹੜਾ ਦਾਨ ਹੈ ਉਹ ਹਉਮੈ 'ਚ ਹੁੰਦਾ ਹੈ, ਉੱਚਾ ਰਹਿ ਕੇ ਹੁੰਦਾ ਹੈ, ਔਰ ਦੂਜੇ ਦੇ ਅੰਦਰ ਵੀ ਇਨਫੀਰੀਓਰਿਟੀ ਕੰਪਲੈਕਸ ਆਉਂਦਾ ਹੈ ਜਦ ਇੱਕ ਬੰਦਾ ਉਚਾਈ ਤੋਂ ਦੂਜੇ ਨੂੰ ਦਾਨ ਕਰਦਾ ਹੈ। ਜਿਹੜੀ ਸੇਵਾ ਹੈ ਉਹ ਆਪ ਤੋਂ ਵੱਡਿਆਂ ਦੀ ਕਰੀ ਜਾਂਦੀ ਹੈ, ਤਾਂ ਉਹਦੇ ਵਿੱਚ ਹੰਕਾਰ ਆਉਣ ਦਾ ਕੁਛ ਮਤਲਬ ਹੀ ਨਹੀਂ ਬਣਦਾ। ਨਿਮਰਤਾ ਹੁੰਦੀ ਹੈ। ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀ, ਕਹੋ ਨਾਨਕ ਇਹ ਬਿਧ ਭਈ ਤਉ ਨ ਹਰ ਰਸ ਲੀਨ। ਸਿਰ ਕੰਬਿਆ, ਕੰਪਿਓ ਦਾ ਮਤਲਬ ਹੈ ਪਾਸਟ ਟੈਂਸ ਵਿੱਚ ਹੈ ਗੁਰਬਾਣੀ 'ਚ, ਜਿੱਥੇ ਵੀ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਆ। ਸਿਰ ਕੰਬਿਆ, ਪੱਗ ਡਗਮਗੇ, ਪੈਰ ਡਗਮਗਾਏ, ਕਦਮ ਡਗਮਗਾਏ, ਨੈਣ ਜੋਤ ਤੇ ਹੀਨ, ਅੱਖਾਂ ਦੇ ਵਿੱਚੋਂ ਜੋਤ ਚਲੇਗੀ, ਘਟ ਗਈ। ਇਹ ਹਾਲਤ ਬਣ ਗਈ। ਅਜੇ ਵੀ ਤੂੰ ਹਰ ਰਸ ਨਹੀਂ ਲੈ ਰਿਹਾ, ਪਰਮਾਤਮਾ ਨੂੰ ਅਜੇ ਵੀ ਨਹੀਂ ਬੰਦਿਆ ਯਾਦ ਕਰ ਰਿਹਾ। ਤੇਰੀ ਕਿਹੜੀ ਹਾਲਤ ਹੋ ਗਈ ਹੈ? ਜਾਣ ਦਾ ਸਮਾਂ ਨੇੜੇ ਆ ਗਿਆ। ਸਾਧ ਸੰਗਤ ਜੀਓ, ਇਹ ਜਿਹੜਾ ਡਗਮਗੇ ਸ਼ਬਦ ਹੈ, ਇਹ ਤੋਂ ਇੱਕ ਬਾਤ ਜ਼ਿੰਦਗੀ ਦੀ ਯਾਦ ਆਈ। ਇੱਕ ਪਾਠੀ ਹੁੰਦਾ ਸੀ, ਹੁਣ ਨਹੀਂ ਹੈ ਉਹ, ਕਾਫੀ ਸਾਡੇ ਏਰੀਏ ਦੇ ਵਿੱਚ ਮਸ਼ਹੂਰ ਸੀਗਾ। ਵੈਸੇ ਸੰਤਾਂ ਦੇ ਨਾਲ ਪਾਠ ਕਰਦਾ ਹੁੰਦਾ ਸੀ, ਸੰਤਾਂ ਦੇ ਜਥੇ 'ਚ। ਉਹਨੇ ਪੈਨ ਦੀ ਸਿਆਹੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ
ਡਗਮਗੇ ਨੂੰ ਦਲਾਈਆਂ ਕਰਕੇ ਡਗਮਗੈ ਬਣਾ ਦਿੱਤਾ ਸੀ। ਔਰ ਹੋਰ ਜਗ੍ਹਾ ਵੀ ਗੋਲਦਾਰੇ ਬਣਾਉਂਦਾ ਸੀ, ਬਹੁਤ ਸਾਰੀਆਂ ਜਗ੍ਹਾ 'ਤੇ। ਉਹਨੂੰ ਕਿਹਾ ਵੀ ਗਿਆ ਸੀ, ਹਟਦਾ ਨਹੀਂ ਸੀ। ਕਹਿੰਦਾ ਸੀ ਵੀ ਮੈਂ ਇਹਨਾਂ ਪਰ ਨਿਸ਼ਾਨੀਆਂ ਤਾਂ ਲਾਉਣਾ ਵੀ ਲੋਕ ਸਮਝ ਜਾਣੇ ਨੇ, ਇਹ ਹਉਮੈ ਦੀ ਨਿਸ਼ਾਨੀ ਹੈ, ਹੋਰ ਕਿਆ ਹੈ। ਫਿਰ ਖਾੜਕੂਆਂ ਨੇ ਉਹਨੂੰ ਚਿੱਠੀ ਪਾਈ, ਫਿਰ ਉਹ ਹਟ ਵੀ ਗਿਆ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਖਾੜਕੂਵਾਦ ਪੰਜਾਬ ਦੇ ਵਿੱਚ ਬੜੇ ਜ਼ੋਰਾਂ 'ਤੇ ਸੀ। ਹੁਣ ਦੇਖੋ, ਉਸ ਅਨਾੜੀਪਣੇ 'ਚੋਂ ਆਮ ਲੋਕ ਵੀ ਇਹ ਸਮਝਦੇ ਹੈ ਵੀ ਇਹ ਪੱਗ ਡਗਮਗ ਹੈ, ਡਗਮਗਾਉਂਦੇ ਹਨ, ਇਹਦਾ ਮਤਲਬ ਬਣਦਾ ਫਿਰ। ਔਰ ਪੱਗ ਦੇ ਗੱਗੇ ਨੂੰ ਔਂਕੜ ਵੀ ਚਾਹੀਦੀ ਹੈ, ਕਿਉਂਕਿ ਇੱਕ ਪੈਰ ਡਗਮਗਾਉਂਦਾ ਹੈ। ਇਹ ਹੈਗਾ ਪਾਸਟ ਟੈਂਸ ਵਿੱਚ ਵੀ ਪੈਰ ਡਗਮਗਾਏ, ਸਿਰ ਕੰਬਿਆ। ਹੁਣ ਵਿਆਕਰਨ ਦੀ ਅਣਹੋਂਦ ਕਰਕੇ ਉਸ ਪੁਰਸ਼ ਨੇ ਇਹ ਸਾਰਾ ਕੁਝ ਗਲਤ ਕੰਮ ਕਰਿਆ। ਸੋਚ ਜਿਹੜੀ ਹੈ ਬਿਨਾਂ ਵਿਆਕਰਨ ਤੋਂ ਸਹੀ ਹੋ ਹੀ ਨਹੀਂ ਸਕਦੀ। ਦਾਸਰੇ ਕੋਲ ਵੀ ਉਹ ਇੱਕ ਵਾਰ ਆਇਆ ਸੀਗਾ, ਉਹ ਸਮਝਦਾ ਸੀ ਵੀ ਮੈਂ ਬਹੁਤ ਉੱਚੀ ਅਵਸਥਾ ਵਿੱਚ ਹੈ। ਜਦੋਂ ਵਿਆਕਰਨ ਦੀ ਗੱਲ ਚੱਲੀ ਫਿਰ ਉਹ ਮੰਨ ਗਿਆ, ਕਹਿੰਦਾ ਜੀ ਮੈਂ ਤਾਂ ਵਿਆਕਰਨ ਪੜ੍ਹਿਆ ਨਹੀਂ ਕਦੇ। ਮੈਂ ਕਿਹਾ ਜੀ ਫਿਰ ਤੁਸੀਂ ਤਾਂ ਗੁਰਬਾਣੀ ਤੋਂ ਬਹੁਤ ਅਣਜਾਣ ਹੈ, ਤਾਂ ਹੀ ਤੁਸੀਂ ਨਿਸ਼ਾਨੀਆਂ ਲਗਾਉਂਦੇ। ਡਗਮਗੇ ਨੂੰ ਡਗਮਗਾਏ ਬਣਾ ਤਾ, ਮੰਨਣਾ ਪਿਆ ਉਹਨੂੰ। ਫਿਰ ਉਹ ਬਹੁਤਾ ਚਿਰ ਰਿਹਾ ਵੀ ਨਹੀਂ ਸਾਡੇ ਪਿੰਡ 'ਚ, ਫਿਰ ਚਲਾ ਗਿਆ। ਤਾਂ ਚਲੋ ਇਹ ਵਿਚਾਰ ਹੈ ਵਿਆਕਰਨਕ। ਵਿਆਕਰਨ ਕਿਸੇ ਦੇ ਬਾਪੂ ਦਾ ਨਹੀਂ ਹੈ, ਗੁਰੂ ਸਾਹਿਬ ਨੇ ਪਾਇਆ, ਪੰਚਮ ਨੇ। ਅਤੇ ਸਾਡਾ ਜੇ ਅਸੀਂ ਨਹੀਂ ਮੰਨਦੇ ਹਾਂ ਵਿਆਕਰਨ ਨੂੰ, ਫਿਰ ਹਿਮਾਕਤ ਹੈ, ਹੋਰ ਕਿਆ ਹੈ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾ ਹੈ। ਆਪਣਾ ਬਣਾ ਕੇ ਦੇਖਿਆ ਜਗਤ ਨੂੰ ਮੈਂ, ਪਰ ਕੋਈ ਕਿਸੇ ਦਾ ਨਹੀਂ ਹੈ। ਸਭ ਨੂੰ ਆਪਣੀ ਆਪਣੀ ਪਈ ਹੋਈ ਹੈ। ਮੈਂ ਤਾਂ ਸਮਝਿਆ ਸੀ ਵੀ ਜਗਤ ਮੇਰਾ ਹੈ, ਪੁੱਤ ਧੀ ਮੇਰੇ ਹੈ, ਰਿਸ਼ਤੇਦਾਰ ਮੇਰੇ ਹੈ, ਪਰ ਕੋਈ ਨਹੀਂ ਖੜਦਾ। ਜਦ ਵਿਪਤ ਪੈਂਦੀ ਸਾਰੇ ਸਾਥ ਛੱਡ ਜਾਂਦੇ। ਮਰਨੇ ਦੇ ਟਾਈਮ ਕੋਈ ਨਹੀਂ ਖੜਦਾ, ਇਕੱਲੇ ਨੂੰ ਜਾਣਾ ਪੈਂਦਾ ਇੱਥੋਂ। ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹਿ। ਜਿਹੜੀ ਸਥਿਰਤਾ ਹੈ, ਪਰਮਾਨੈਂਸੀ ਹੈ, ਉਹ ਆਉਣੀ ਹੈ ਹਰੀ ਦੀ ਭਗਤੀ ਦੇ ਨਾਲ। ਉਹਨੂੰ ਮਨ ਵਿੱਚ ਰੱਖੋ, ਬਾਕੀ ਕਿਸੇ ਨੇ ਸਾਥ ਨਹੀਂ ਜਾਣਾ। ਜਗ ਰਚਨਾ ਸਭ ਝੂਠ ਹੈ, ਜਾਣ ਰਿਹੋ ਰੇ ਮੀਤ। ਇਹ ਸਾਰੀ ਜਿਹੜੀ ਜਗਤ ਦੀ ਰਚਨਾ ਇਹ ਝੂਠ ਹੈ, ਮਿਥਿਆ ਹੈ। ਇਹਨੂੰ ਸਮਝ ਲਓ ਮਿੱਤਰੋ। ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਭੀਤ। ਜਿਵੇਂ ਰੇਤੇ ਦੀ ਕੰਧ ਹੁੰਦੀ ਹੈ, ਉਹ ਕਦੇ ਨਾ ਜਦੇ ਗਿਰ ਪੈਂਦੀ ਹੈ, ਕਿੰਨਾ ਚਿਰ ਰਹੂਗੀ ਉਹ। ਬਿਲਕੁਲ ਇਸੇ ਤਰ੍ਹਾਂ ਸਾਹ ਆਇਆ ਨਾ ਆਇਆ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸਾਧ ਸੰਗਤ ਜੀ, ਉਹ ਸਾਰੇ ਸ਼ਲੋਕਾਂ ਦੇ ਵਿੱਚ ਕਹੁ ਨਾਨਕ ਆਉਂਦਾ ਹੈ। ਇਹ ਇੱਕੋ ਹੀ ਸ਼ਲੋਕ ਦਾਸਰੇ ਨੂੰ ਮਿਲਿਆ ਜਿਹਦੇ ਵਿੱਚ ਕਹੁ ਦੀ ਜਗ੍ਹਾ ਕਹਿ ਲਿਖਿਆ ਹੋਇਆ। ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਭੀਤ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਰਾਮ ਚੰਦਰ ਨੂੰ ਵੀ ਇੱਥੋਂ ਜਾਣਾ ਪਿਆ, ਰਾਵਣ ਵੀ ਗਿਆ, ਜਿਹਦਾ ਬਹੁਤ ਬੜਾ ਪਰਿਵਾਰ ਸੀਗਾ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਇਹ ਸੁਪਨੇ ਦੀ ਤਰ੍ਹਾਂ, ਸੁਪਨੇ ਦੀ ਨਿਆਈ ਹੈ ਸੰਸਾਰ। ਸੁਪਨਾ ਆਇਆ ਤਾਂ ਜਿਹੜੀਆਂ ਚੀਜ਼ਾਂ ਸੁਪਨੇ 'ਚ ਅਸਲੀ ਭਾਸਦੀਆਂ ਹੁੰਦੀਆਂ ਉਹ ਦੂਰ ਹੋ ਜਾਂਦੀਆਂ, ਪਤਾ ਚੱਲ ਜਾਂਦਾ ਵੀ ਉਹ ਤਾਂ ਐਵੇਂ ਬਣਾਵਟੀ ਸੀਗੀਆਂ। ਬਿਲਕੁਲ ਇਸੇ ਤਰੀਕੇ ਨਾਲ ਇੱਥੇ ਕੁਛ ਵੀ ਪਰਮਾਨੈਂਟ ਨਹੀਂ ਹੈ, ਸਥਿਰ ਨਹੀਂ ਹੈ, ਸਭ ਕੁਛ ਚਲਾਏਮਾਨ ਹੈ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਗੁਰੂ ਮਹਾਰਾਜ ਫਰਮਾਉਂਦੇ ਹੈ ਵੀ ਚਿੰਤਾ ਤਾਂ ਕਰੀਏ ਜੇ ਅਣਹੋਣੀ ਹੋਵੇ। ਮੌਤ ਤਾਂ ਅਣਹੋਣੀ ਨਹੀਂ ਹੈ, ਉਹ ਤਾਂ ਪਹਿਲਾਂ ਹੀ ਪਤਾ ਵੀ ਹੋਣੀ ਹੈ, ਫਿਰ ਚਿੰਤਾ ਕਾਹਦੀ ਕਰਨੀ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਇ। ਇਹ ਸੰਸਾਰ ਦੇ ਮਾਰਗ ਵਿੱਚ ਕੋਈ ਵੀ ਸਥਿਰ ਨਹੀਂ ਹੈ। ਹਰ ਸ਼ੈ ਆਉਂਦੀ ਜਾਂਦੀ ਹੈ, ਚੱਲ ਰਹੀ ਹੈ, ਚਲਾਏਮਾਨ ਹੈ, ਅਤੇ ਮੁਕਾਮ ਉਹੀ ਇੱਕ ਹੈ। ਪਰਮਾਤਮਾ ਤੋਂ ਬਿਨਾਂ ਹਰ ਇੱਕ ਚੀਜ਼ ਆਉਣੀ ਜਾਣੀ। ਚੰਦ ਸੂਰਜ ਵੀ ਸਭ ਆਉਣੇ ਜਾਣੇ, ਧਰਤੀਆਂ, ਸਿਆਰੇ, ਸਿਤਾਰੇ ਸਭ ਆਉਣ ਜਾਣ ਵਾਲੇ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜਿਹੜਾ ਪੈਦਾ ਹੋਇਆ ਉਹਨੇ ਅੱਜ ਜਾਂ ਕੱਲ੍ਹ ਵਿੱਚ ਬਿਨਸ ਜਾਣਾ ਭਾਈ। ਠੀਕਰਾ ਬਣਨਾ ਇਹਦਾ ਘੜੇ ਦਾ, ਕਦੇ ਬਣ ਜਾਵੇ, ਮਿੱਟੀ ਦਾ ਘੜਾ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ।
ਸਾਰਿਆਂ ਜੰਜਾਲਾਂ ਨੂੰ ਛੱਡ ਕੇ ਹਰੀ ਦੇ ਗੁਣ ਗਾਓ ਭਾਈ। ਇਹੀ ਇੱਕ ਕਰਮ ਹੈ ਜਿਹੜਾ ਨਾਲ ਜਾਣਾ। ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਨੇ ਨਾਲ ਸਹਾਈ ਹੋਣਾ, ਹੋਰ ਕਿਸੇ ਚੀਜ਼ ਨੇ ਨਹੀਂ ਹੋਣਾ। ਦੋਹਰਾ, ਬਲ ਛੁੱਟ ਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਆ ਦੇਖੋ ਫਿਰ ਛੁੱਟ ਕਿਓ ਸ਼ਬਦ ਆ ਰਿਹਾ, ਇਹ ਪਾਸਟ ਟੈਂਸ ਵਿੱਚ ਇਹਦਾ ਅਰਥ ਹੈ, ਮਤਲਬ ਹੈ ਬਲ ਛੁੱਟ ਗਿਆ, ਬਲ ਘਟ ਗਿਆ, ਬੰਧਨ ਪਰੇ, ਬੰਧਨ ਪੈ ਗਏ, ਹੁਣ ਕੋਈ ਉਪਾਅ ਨਹੀਂ ਬਣਦਾ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਹੁਣ ਤੇਰੀ ਟੇਕ ਹੈ, ਹੇ ਵਾਹਿਗੁਰੂ ਜੀਓ। ਜਿਸ ਤਰ੍ਹਾਂ ਤੈਂ ਗਜ ਰਾਜ ਦਾ, ਹਾਥੀ ਦਾ ਤੰਦੂਏ ਤੋਂ ਛੁਟਕਾਰਾ ਕਰਾਇਆ ਸੀ, ਤਾਂ ਸਾਨੂੰ ਵੀ ਤੂੰ ਹੀ ਛਡਾ ਦੇ। ਗੁਰੂ ਮਹਾਰਾਜ ਨੌਵੇਂ ਦਾ ਹੀ ਇੱਕ ਸ਼ਲੋਕ, ਇੱਕ ਸ਼ਬਦ ਹੋਰ ਹੈ, ਗੁਰਮਤਿ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ। ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹੋਂ ਪਤਿ ਤਰੋ। ਗੁਰਮਤਿ ਸੁਣ ਕੇ ਵੀ ਸਾਡੇ ਅੰਦਰ ਕੋਈ ਗਿਆਨ ਨਹੀਂ ਪੈਦਾ ਹੋਇਆ। ਪਸ਼ੂ ਜਿਵੇਂ ਭੂੰ ਖਾ ਕੇ ਪੇਟ ਭਰ ਲੈਂਦਾ, ਉਸ ਤਰ੍ਹਾਂ ਦੀ ਉਹ ਬਾਤ ਹੈ। ਹੁਣ ਤੂੰ ਆਪਣੀ ਕਿਰਪਾ ਕਰਦੇ, ਉਸ ਸੁਭਾਅ ਨੂੰ ਪਛਾਣ ਜਿਹੜੇ ਸੁਭਾਅ ਦੇ ਤਹਿਤ ਤੂੰ ਪਾਪੀਆਂ ਨੂੰ ਤਾਰਦਾ ਹੈ। ਤੇਰਾ ਬਿਰਦ ਹੈ, ਤੂੰ ਮੈਨੂੰ ਵੀ ਤਾਰ ਲੈ। ਤੇਰੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੋ ਸਕਣਾ। ਗੁਰਮਤਿ ਸੁਣ ਕੇ ਵੀ ਗਿਆਨ ਨਹੀਂ ਪੈਦਾ ਹੁੰਦਾ। ਔਰ ਦੇਖ ਰਹੇ ਆ ਦਾਸਰਾ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸਿੱਖੀ ਹੈ, ਲੇਕਿਨ ਜਿਹੜੀ ਅਸਲੀ ਗੱਲ ਹੈ ਉਹ ਉਸ ਤੋਂ ਬਹੁਤ ਦੂਰ ਹੈ। ਥਾਲ ਪਕੜੀ ਫਿਰਦੇ, ਸਮਾਧਾਂ ਨਲਾਉਂਦੇ, ਗੁੱਗੇ ਦੀਆਂ ਮਾੜੀਆਂ ਵੀ ਜਾਂਦੇ, ਸੇਵੀਆਂ ਚੜ੍ਹਾਉਂਦੇ, ਕੋਈ ਹੋਰ ਕੁਛ ਕਰਮ ਕਰਦੇ, ਅਤੇ ਮਿੱਟੀਆਂ ਕੱਢਦੇ ਟੋਭਿਆਂ ਦੀਆਂ, ਜੋਤਸ਼ੀਆਂ ਦੇ ਨਗ ਪਾਉਂਦੇ। ਇਹ ਸਾਰਾ ਹੀ ਕਰਮ ਧਰਮ ਹੈ ਜਿਹੜਾ, ਇਹ ਕਿਸੇ ਨੇ ਨਾਲ ਨਹੀਂ ਜਾਣਾ ਭਾਈ, ਨਾਲ ਕੇਵਲ ਰੱਬ ਦੇ ਨਾਂ ਨੇ ਜਾਣਾ। ਬਲ ਹੋਆ ਬੰਧਨ ਛੁਟੇ, ਸਭ ਕੁਛ ਹੋ ਤੋ ਪਾਏ। ਹੁਣ ਫਿਰ ਸਮਝਾਉਂਦੇ ਆ ਵੀ ਜੇ ਮਹਾਰਾਜ ਬਲ ਦੇ ਦੇਵੇ, ਸਾਰੇ ਉਪਾਏ ਬਣ ਜਾਂਦੇ। ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾय। ਜੇ ਵਾਹਿਗੁਰੂ ਜੀ ਉਹ ਸਭ ਕੁਝ ਤੁਹਾਡੇ ਹੱਥ ਵਿੱਚ ਤਾਂ ਹੈ ਹੀ ਹੈ, ਜੇ ਤੁਸੀਂ ਕਿਰਪਾ ਕਰ ਦਿਓ ਤਾਂ ਸਾਰੇ ਹੀ ਬੰਧਨ ਛੁੱਟ ਸਕਦੇ। ਕਿਰਪਾ ਤੇਰੀ ਚਾਹੀਦੀ। ਜੇ ਤੇਰੀ ਕਿਰਪਾ ਹੋ ਜਾਏ ਤਾਂ ਬੇੜੇ ਨੂੰ ਕੱਪਰ ਕਿਆ ਕਰੇ, ਜੋ ਪਾਤਨ ਰਹੇ ਸੁਚੇਤ। ਜੇ ਤੂੰ ਸਾਨੂੰ ਸੁਚੇਤ ਕਰ ਦੇਵੇਂ, ਕਿਰਪਾ ਵਰਤਾ ਦੇਵੇਂ, ਤਾਂ ਸਾਡਾ ਬੇੜਾ ਪਾਰ ਹੋ ਸਕਦਾ। ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸੰਗ ਸਹੇਲੀ ਸਾਥੀ ਸਭ ਚਲੇ ਗਏ, ਕਿਸੇ ਨੇ ਸਾਥ ਨਹੀਂ ਦਿੱਤਾ, ਕੋਈ ਨਾਲ ਨਹੀਂ ਗਿਆ। ਬੜੇ ਤੇ ਬੜਾ ਮੜੀਆਂ ਤੱਕ ਗਏ, ਦੇਹਰੀ ਬੈਠੀ ਮਾਤਾ ਰੋਵੈ, ਖਟਿਆ ਲੈ ਗਏ ਭਾਈ। ਮਰਹਟ ਲਗ ਸਭ ਲੋਗ ਕੁਟੰਬ ਮਿਲ, ਹੰਸ ਇਕੇਲਾ ਜਾਈ। ਦੇਹਰੀ ਪਰ ਬੈਠ ਕੇ ਮਾਤਾ ਰੋ ਲੈਂਦੀ ਹੈ, ਜਾਂ ਮੇਰੀ ਰੋ ਲੈਂਦੀ ਹੈ, ਆਪਣੇ ਘਰ ਵਾਲੀ ਲੜ ਛਿਟਕਾਏ ਤਿਰਿਆ ਰੋਵੈ। ਆਪਣੇ ਬਾਲ ਖੋਲ੍ਹ ਕੇ, ਇਹ ਮਰਿਆਦਾ ਸੀਗੀ ਸਾਡੇ ਹਿੰਦੁਸਤਾਨ ਦੇ ਪੁਰਾਣੀ ਪ੍ਰਾਚੀਨ ਸਭਿਅਤਾ 'ਚ ਵੀ, ਔਰਤ ਨੂੰ ਬਾਲ ਖੋਲ੍ਹ ਦਿੱਤੇ ਜਾਂਦੇ ਸੀ, ਉਹਦੇ ਉਹ ਪਿੱਟਦੀ ਹੁੰਦੀ ਸੀਗੀ। ਤੋ ਜਿਹੜੇ ਸੰਗੀ ਸਾਥੀ ਆ ਉਹ ਬੜੀਆਂ ਤੱਕ ਸਾਥ ਦਿੰਦੇ ਆ। ਉਸ ਤੋਂ ਬਾਅਦ ਫਿਰ ਹੰਸ ਨੂੰ ਇਕੱਲੇ ਨੂੰ ਜਾਣਾ ਪੈਂਦਾ, ਜਮਾਂ ਦੀ ਮਾਰ ਇਕੱਲੇ ਨੂੰ ਸਹਿਣੀ ਪੈਂਦੀ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸਿਰਫ ਰਘੁਨਾਥ ਦੀ ਟੇਕ ਹੈ। ਸਾਧ ਸੰਗਤ ਜੀ ਇਸ ਗੱਲ ਨੂੰ ਵਿਚਾਰਿਓ। ਰਘੁਨਾਥ ਸ਼੍ਰੀ ਰਾਮ ਚੰਦਰ ਜੀ ਬਾਰੇ ਚਾਹੁੰਦਾ, ਰਘੂਕੁਲ ਦਾ ਸਵਾਮੀ ਮਾਲਕ। ਹੁਣ ਇੱਥੇ ਪਰਮਾਤਮਾ ਨੂੰ ਰਘੁਨਾਥ ਕਿਹਾ ਹੈ। ਜਿਹੜੀ ਆਪਣੀ ਬੁੱਧੀ ਹੈ, ਜਿਹੜੀ ਅੱਖਰੀ ਅਰਥ ਦੇਖਦੀ ਹੈ, ਉਹ ਤਾਂ ਇਹਨੂੰ ਹੋਰ ਤਰੀਕੇ ਨਾਲ ਲਗਾਏਗੀ, ਔਰ ਲਗਾਈ ਜਾ ਰਿਹਾ, ਉਸ ਤਰ੍ਹਾਂ ਲਗਾਇਆ ਜਾ ਰਿਹਾ। ਲੇਕਿਨ ਆਪਾਂ ਉਹ ਸਿਧਾਂਤ ਨੂੰ ਲੈ ਕੇ ਚੱਲਣਾ ਹੈ ਵੀ ਪਰਮਾਤਮਾ ਨੂੰ ਆਪਾਂ ਕੁਛ ਵੀ ਕਹਿ ਸਕਦੇ ਹਾਂ। ਜਿਵੇਂ ਇੱਥੇ ਰਾਮਚੰਦਰ ਜੀ ਰਘੁਨਾਥ ਕਿਹਾ ਗਿਆ ਪਰਮਾਤਮਾ ਨੂੰ। ਪਰਮਾਤਮਾ ਦੇ ਬਹੁਤ ਨਾਂ ਹੈ, ਸਭ ਨਾਂ ਉਸੇ ਦੇ ਅਸਲ 'ਚ। ਪਸ਼ੂ ਪੰਛੀ ਜੀਵ, ਪਰਬਤ ਪਹਾੜ, ਚੰਦ ਸੂਰਜ ਧਰਤੀਆਂ, ਸਭ ਉਸੇ ਦੇ ਨਾਂ ਹੈ। ਸੂਰਜ ਨੂੰ ਵੀ ਪਰਮਾਤਮਾ ਕਿਹਾ ਗਿਆ, ਚੰਦਰਮਾ ਨੂੰ ਵੀ ਕਿਹਾ ਗਿਆ। ਤੋ ਹੇ ਰੱਬ, ਹੇ ਸੱਸ ਮੇਰੀ ਅਭੈ ਬੇਨਤੀ ਸੁਣ ਲੀਜੈ। ਉਸ ਲਹਿਜੇ ਵਿੱਚ ਗੁਰਬਾਣੀ ਵਿੱਚ ਸਾਰੇ ਨਾਂ ਇਹ ਆਏ ਹੋਏ ਅਵਤਾਰਾਂ ਦੇ। ਸਾਡੀ ਸਮਝ ਕੱਚੀ ਹੈ, ਅਸੀਂ ਹੋਰ ਤਰੀਕੇ ਨਾਲ ਲਗਾਉਂਦੇ ਫਿਰ ਇਹਨਾਂ ਨੂੰ। ਹੇ ਰਘੁਨਾਥ, ਹੇ ਵਾਹਿਗੁਰੂ ਜੀਓ, ਇਸ ਬਿਪਤਾ ਦੇ ਵਿੱਚ ਇੱਕ ਤੇਰੀ ਆਸ ਹੈ, ਤੇਰੀ ਟੇਕ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ।
ਨਾਮ ਪਰਮਾਤਮਾ ਦਾ ਹਮੇਸ਼ਾ ਹੀ ਰਹਿੰਦਾ, ਸਾਧੂ ਵੀ ਹਮੇਸ਼ਾ ਹੀ ਰਹਿੰਦਾ, ਔਰ ਗੁਰੂ ਗੋਬਿੰਦ ਤਾਂ ਰਹਿੰਦੇ ਹੀ ਰਹਿੰਦੇ। ਇਹ ਅਮਰ ਹੈ, ਬਾਕੀ ਸਾਰੀ ਦੁਨੀਆ ਆਉਣੀ ਜਾਣੀ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤਿ। ਕਿੰਨਿਆਂ ਕਿਨੇ ਗੁਰੂ ਦਾ ਮੰਤਰ ਜਪਿਆ ਇਸ ਜਗਤ ਦੇ ਵਿੱਚ? ਬਹੁਤ ਘੱਟ ਹੈ। ਮਤਲਬ ਇਹ ਰਾਮ ਨਾਮ ਔਰ ਮੈਂ ਗਇਓ ਜਾਂ ਕੈ ਸਮ ਨਹੀਂ ਕੋਇ। ਔਰ ਮੈਨੇ ਹਿਰਦਾ ਹਰੀ ਦਾ ਨਾਮ, ਵਾਹਿਗੁਰੂ ਦਾ ਨਾਮ, ਉਸ ਰਾਮ ਦਾ ਨਾਮ ਹਿਰਦੇ ਦੇ ਵਿੱਚ ਪਕੜ ਲਿਆ, ਜਿਹਦੇ ਬਰਾਬਰ ਹੋਰ ਕੋਈ ਚੀਜ਼ ਨਹੀਂ। ਜਿਹੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਹਦੇ ਸਿਮਰਨ ਕਰਨ ਦੇ ਨਾਲ ਸੰਕਟ ਮਿਟ ਜਾਂਦਾ ਹੈ ਔਰ ਤੁਹਾਡਾ ਦਰਸ਼ਨ ਹੋ ਜਾਂਦਾ ਹੈ। ਵਾਹਿਗੁਰੂ ਜੀ, ਹੁਣ ਇਹ ਜਿਹੜੀ ਰਾਮ ਨਾਮ ਦੀ ਬਾਤ ਗੁਰਬਾਣੀ 'ਚ ਵਾਰ-ਵਾਰ ਜ਼ੋਰ ਦੇ ਕੇ ਕਹੀ ਗਈ ਹੈ, ਨਾਮ ਦੀ ਬਾਤ। ਰਾਮ ਨਾਮ ਦਾ ਹਾਰ ਪਾ ਲਓ ਭਾਈ, ਹਿਰਦੇ 'ਚ ਵਸਾ ਲਓ, ਰਸਨਾ ਤੇ ਕਹੋ, ਕੰਨਾਂ ਤੋਂ ਸੁਣੋ। ਇਹਦੀ ਦੁਆਰੇ ਥੋੜ੍ਹੀ ਜਿਹੀ ਵਿਚਾਰ ਆਪ ਜੀ ਦੇ ਨਾਲ ਕਰਨੀ ਹੈ। ਮੁੰਡਕਾ ਉਪਨਿਸ਼ਦ ਵਿੱਚ ਪਰਮਾਤਮਾ ਦੇ ਕਰਮ ਦੀ ਤੇ ਜਿਹੜੇ ਬਾਕੀ ਦਾ ਕਰਮ ਧਰਮ ਹੈ ਉਹਦੀ ਬਾਤ ਕਹੀ ਗਈ ਹੈ ਨਿਖੇੜ ਕੇ। ਸਮਝਣ ਵਾਲੀ ਬਾਤ ਹੈ। ਸਾਧ ਸੰਗਤ ਜੀਓ, ਦੋ ਕਿਸਮ ਦੇ ਕਰਮ ਮੁੰਡਕਾ ਉਪਨਿਸ਼ਦ 'ਚ ਲਿਖੇ ਹੈ, ਗੁਰਬਾਣੀ ਨਾਲ ਬਿਲਕੁਲ ਸਹਿਮਤੀ ਹੈ। ਜਿਹਦੇ ਵਿੱਚ ਇੱਕ ਹੁੰਦੇ ਹੈ ਲੋਅਰ ਨੌਲੇਜ, ਇੱਕ ਹੁੰਦੀ ਹੈ ਹਾਇਰ ਨੌਲੇਜ। ਹਾਇਰ ਨੌਲੇਜ ਦੇ ਵਿੱਚ ਪਰਮਾਤਮਾ ਦੇ ਸੰਤ ਜਾਂ ਗੁਰੂ, ਸਾਧ ਸੰਗਤ, ਏਕੇ ਦੀ ਸੰਗਤ, ਇਹ ਇਹਨਾਂ ਦੇ ਨਿਮਿਤ ਜੋ ਵੀ ਬੰਦਾ ਕਰਦਾ ਉਹ ਹਾਇਰ ਨੌਲੇਜ ਹੈ। ਲੇਕਿਨ ਜਿਹੜੀ ਲੋਅਰ ਨੌਲੇਜ ਹੈ ਉਹ ਕਿਆ ਹੈ? ਧਾਰਮਿਕ ਗ੍ਰੰਥਾਂ ਦਾ ਪਾਠ ਪਠਣ ਬਿਨਾਂ ਏਕੇ ਤੋਂ। ਅਗਰ ਏਕੇ ਕਰਕੇ ਕਰਿਆ ਜਾਵੇ ਤਾਂ ਮੁਬਾਰਕ, ਬਿਨਾਂ ਏਕੇ ਤੋਂ ਕਰਨਾ, ਸਗੋਂ ਉਹ ਪਾਠ ਪਠਣ ਨੂੰ ਵੀ ਦੁਆਇਤ ਵਿੱਚ ਲੈ ਜਾਣਾ, ਡੁਐਲਿਟੀ 'ਚ ਲੈ ਜਾਣਾ ਇਹ ਚੀਜ਼। ਔਰ ਵਿਆਕਰਨ ਦੇ ਹਿਸਾਬ ਨਾਲ ਪਾਠ ਪਠਣ ਕਰਨਾ, ਇਹ ਵੀ ਲੋਅਰ ਨੌਲੇਜ 'ਚ ਗਿਣਿਆ ਉਹਨਾਂ ਨੇ। ਜਿਹੜਾ ਫੋਨੈਟਿਕਸ ਹੈ, ਉਚਾਰਨ, ਉਹ ਸਹੀ ਕਰਨਾ, ਉਹ ਵੀ ਲੋਅਰ ਨੌਲੇਜ ਵਿੱਚ ਗਿਣਿਆ। ਰਿਚੁਅਲਸ, ਰਸਮੋ ਰਿਵਾਜ ਕਰਨੇ ਧਰਮ ਦੇ ਨਾਂ ਪਰ, ਇਹ ਵੀ ਲੋਅਰ ਨੌਲੇਜ ਵਿੱਚ ਹੈ। ਔਰ ਹਿਸਟਰੀ, ਜੋਗਰਾਫੀ, ਇਹ ਪੜ੍ਹਨੀ ਪੜ੍ਹਾਉਣੀ, ਹੋਰ ਬਹੁਤ ਸਾਰੇ ਵਿਸ਼ਿਆਂ ਦਾ ਅਧਿਐਨ ਕਰ ਲੈਣਾ, ਕਰਮ ਧਰਮ ਕਰਨਾ, ਇਹ ਸਾਰਾ ਹੀ ਲੋਅਰ ਨੌਲੇਜ। ਹਾਇਰ ਨੌਲੇਜ ਕੇਵਲ ਰੱਬ ਦਾ ਨਾਮ ਜਪਣਾ, ਜਪਾਉਣਾ ਸੰਗਤ ਦੇ ਵਿੱਚ, ਇਹ ਹਾਇਰ ਨੌਲੇਜ। ਇਸੇ ਗੱਲ ਤੇ ਮੋਹਰ ਗੁਰਬਾਣੀ ਨੇ ਲਗਾਈ ਹੈ। ਬਾਰ-ਬਾਰ ਰਾਮ ਦੇ ਨਾਮ ਦੀ ਬਾਤ ਆਉਂਦੀ ਹੈ ਵੀ ਇਹਨੂੰ ਜਪੋ। ਕਰਮ ਧਰਮ ਤੋਂ ਵਰਜਿਆ ਗਿਆ। ਫਿਰ ਇਹਦੇ 'ਚ ਸਮਝਣ ਵਾਲੀ ਬਾਤ ਇਹ ਹੈ ਵੀ ਜਿਹੜਾ ਕਰਮ ਧਰਮ ਆਪਾਂ ਨੇ ਕਰਨਾ ਹੈ, ਨੇਕ ਕਰਮ ਕਰਨੇ ਹੈ, ਸ਼ੁਭ ਕਰਮ ਕਰਨੇ ਹੈ, ਦੇਸ਼ ਸਿਵਾ ਵਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਉਹ ਸ਼ੁਭ ਕਰਮ ਕਿਹੜੇ ਹੈ? ਜਿਹੜੇ ਏਕੇ ਦੇ ਨਿਮਿੱਤ ਕਰੇ ਜਾਂਦੇ। ਇਹ ਗੁਰਬਾਣੀ ਦੇ ਮੁਤਾਬਕ ਸੋਚ ਹੈ, ਹੋਰਾਂ ਦੀ ਬਾਤ ਨਹੀਂ ਆਪਾਂ ਕਰਦੇ। ਜੋ ਕੋਈ ਕਰਦਾ ਸਭ ਨੂੰ ਸਭ ਮੁਬਾਰਕ। ਗੁਰਬਾਣੀ ਦੇ ਮੁਤਾਬਕ ਏਕੇ ਦੇ ਨਿਮਿੱਤ ਜੋ ਵੀ ਬੰਦਾ ਕਰਦਾ ਹੈ, ਸੰਗਤ ਦੀ ਸੇਵਾ ਕਰਦਾ ਹੈ, ਬਰਤਨ ਮਾਂਜਦਾ ਹੈ, ਲੰਗਰ ਬਣਾਉਂਦਾ ਹੈ, ਵਰਤਾਉਂਦਾ ਹੈ, ਝਾੜੂ ਪੋਚਾ ਕਰਦਾ ਹੈ, ਚੌਰ ਸਾਫ਼ ਕਰਦਾ ਹੈ, ਹੋਰ ਕਿਸੇ ਵੀ ਰੂਪ 'ਚ ਸੇਵਾ ਕਰਦਾ ਹੈ ਏਕੇ ਦੇ ਨਿਮਿੱਤ, ਉਹ ਪ੍ਰਵਾਨ ਹੈ ਗੁਰਬਾਣੀ 'ਚ। ਲੇਕਿਨ ਕਿਸੇ ਹੋਰ ਦੇ, ਇੱਕ ਰੱਬ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਕਿਸੇ ਦੇਵੀ ਦੇਵਤੇ ਦੇ ਨਿਮਿੱਤ ਅਗਰ ਇਹ ਕੁਛ ਕਰਦਾ ਕਰਮ ਧਰਮ, ਦੇਖਣ ਨੂੰ ਭਾਵੇਂ ਉਹ ਚੰਗਾ ਲੱਗਦਾ, ਸੰਸਾਰ ਵੀ ਉਸਤਤੀ ਕਰਦਾ ਹੈ, ਲੇਕਿਨ ਗੁਰਬਾਣੀ ਦੀ ਨਿਗਾਹ ਤੋਂ, ਨੁਕਤਾ ਨਿਗਾਹ ਤੋਂ ਉਹ ਨਹੀਂ ਕਾਮਯਾਬ ਹੁੰਦਾ, ਦਰਗਾਹ ਦੇ ਵਿੱਚ ਨਹੀਂ ਵਡਿਆਈ ਹੁੰਦੀ। ਕਿਉਂਕਿ ਜਿੱਥੇ ਵੀ ਕੋਈ ਪਿੱਛੇ ਹਉਮੈ ਬੈਠੀ ਹੈ ਜਾਂ ਕੋਈ ਵਿਕਾਰ ਬੈਠਾ ਛੁਪਿਆ ਵੈਸਟਡ, ਉਹ ਕਰਮ ਧਰਮ ਸਫਲ ਨਹੀਂ ਹੁੰਦਾ ਕਦੇ। ਜਿਹੜਾ ਨਿਮਰਤਾ ਦੇ ਵਿੱਚ, ਜਿਹਦੀ ਦਿਸ਼ਾ ਸਹੀ ਹੋਊਗੀ, ਦਿਸ਼ਾ ਏਕੇ ਦੇ ਪ੍ਰਤੀ ਹੋਊਗੀ, ਜਿੱਥੇ ਡੁਐਲਿਟੀ ਵੱਲ ਦਿਸ਼ਾ ਹੈ, ਉਹ ਕਰਮ ਸਹੀ ਨਹੀਂ ਹੈ, ਭਾਵੇਂ ਦਸ਼ਾ ਦੇਖਣ ਨੂੰ ਸਹੀ ਲੱਗਦਾ। ਜਿਵੇਂ ਹੁਣ ਦਾਨ ਪੁੰਨ ਹੈ, ਕੋਈ ਕਹਿੰਦਾ ਜੀ ਮੇਰਾ ਧਰਮਸ਼ਾਲਾ ਨੂੰ ਦਿਓ 5-10 ਲੱਖ ਰੁਪਇਆ, ਇਸ਼ਤਿਹਾਰ ਲਾ ਦਿਓ ਮੇਰੇ ਨਾਂ ਦੇ, ਸਪੀਕਰ 'ਚ ਅਨਾਊਂਸ ਕਰ ਦਿਓ।
ਉਹ ਜਿਹੜੀ ਦਿਸ਼ਾ ਹੈ ਉਹ ਏਕੇ ਵੱਲ ਨਹੀਂ ਹੈ, ਉਹ ਆਪਣੇ ਵੱਲ ਹੈ। ਉਹ ਪ੍ਰਵਾਨ ਨਹੀਂ ਕਰੀ ਗੁਰਬਾਣੀ ਨੇ। ਅਗਰ ਸੇਵਾ ਦੇ ਤੌਰ 'ਤੇ ਕੋਈ ਕਹਿੰਦਾ ਜੀ ਮੇਰੇ ਕੋਲ ਮਹਾਰਾਜ ਨੇ ਬਥੇਰਾ ਕੁਝ ਦਿੱਤਾ, ਉਹਦੇ 'ਚੋਂ ਆਹ ਦੇ ਦਿਓ ਸੰਗਤ ਦੇ ਨਾਂ 'ਤੇ, ਗੁਰੂ ਦੇ ਨਾਂ 'ਤੇ, ਉਹ ਕਬੂਲ ਹੈ, ਉਹ ਪ੍ਰਵਾਨ ਹੈ, ਉਹ ਏਕਾ ਹੈ, ਏਕੇ ਦੇ ਵਿੱਚ ਹੈ, ਉਹਦੀ ਦਿਸ਼ਾ ਠੀਕ ਹੈ। ਤੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਦਿਸ਼ਾ ਹੈ ਗੁਰਬਾਣੀ ਦੀ, ਉਹ ਏਕਾ ਹੈ, ਵਨਨੈਸ, ਮੋਨੋਥੀਜ਼ਮ, ਮੋਨਿਜ਼ਮ, ਡੁਐਲਿਟੀ ਬਿਲਕੁਲ ਨਹੀਂ ਹੈ। ਕੋਈ ਤੁਕ ਪਕੜ ਲਓ, ਕੋਈ ਸ਼ਬਦ ਪਕੜ ਲਓ, ਕਿਸੇ ਰਾਗ 'ਚੋਂ ਲੈ ਲਓ, ਸਿਰਫ ਵਨਨੈਸ ਐਂਡ ਓਨਲੀ ਵਨਨੈਸ, ਇਸ ਨੂੰ ਡਿਵਿਨਿਟੀ ਕਿਹਾ ਜਾਂਦਾ। ਇਹਦੀ ਵਿਚਾਰ ਅੱਜ ਆਪਾਂ ਨੇ ਹੋਰ ਖੋਲ੍ਹਣੀ ਹੈ ਥੋੜ੍ਹੀ ਜਿਹੀ। ਧਰਮ, ਰਿਲੀਜਨ ਔਰ ਸਪਿਰਚੁਅਲਿਟੀ ਜਾਂ ਡਿਵਿਨਿਟੀ, ਇਹਨਾਂ ਦੇ ਵਿੱਚ ਕਿਆ ਅੰਤਰ ਹੈ? ਸਾਧ ਸੰਗਤ ਜੀ, ਉਹ ਆਪਾਂ ਰਲ ਗੱਡ ਕਰਿਆ ਹੋਇਆ ਇੱਕੋ ਹੀ ਸਮਝਦੇ ਹਾਂ, ਵਿਦਵਾਨ ਵੀ ਲਗਭਗ ਇਸ ਤਰ੍ਹਾਂ ਹੀ ਸਮਝਦੇ। ਦੇਖੋ, ਰਿਲੀਜਨ ਜਿਹੜਾ ਉਹ ਕਲਟ ਹੈ, ਪੂਜਾ ਹੈ। ਸਪਿਰਚੁਅਲਿਟੀ ਮੈਡੀਟੇਸ਼ਨ ਹੈ, ਭਗਤੀ ਹੈ। ਪੂਜਾ ਔਰ ਭਗਤੀ 'ਚ ਬਹੁਤ ਫਰਕ ਹੈ। ਪੂਜਾ ਹੁੰਦੀ ਹੈ ਦੇਖਾ ਦੇਖੀ ਸਵਾਂਗ ਧਰਨੇ ਵਾਲੀ ਬਾਤ, ਇਸ਼ਟ ਨੂੰ ਚੜਾਵੇ ਚੜਾ ਕੇ ਸਮਝ ਲੈਣਾ ਵੀ ਹੁਣ ਮੇਰੀ ਪੂਜਾ ਕਬੂਲ ਹੋ ਚੁੱਕੀ ਹੈ। ਨਹੀਂ ਨਹੀਂ, ਗੁਰਬਾਣੀ ਨੇ ਐਸਾ ਨਹੀਂ ਮੰਨਿਆ। ਗੁਰਬਾਣੀ ਤਾਂ ਇਹ ਫਰਮਾਉਂਦੀ ਹੈ ਵੀ ਤਨ ਮਨ ਉਹਨੂੰ ਅਰਪ ਦਿਓ, ਮੈਡੀਟੇਸ਼ਨ 'ਚ ਆ ਜਾਓ, ਦਿਨ ਰਾਤ ਉਹਨੂੰ ਯਾਦ ਕਰੋ, ਉਹ ਸਪਿਰਚੁਅਲਿਟੀ ਹੈ ਜਾਂ ਡਿਵਿਨਿਟੀ ਹੈ। ਸਪਿਰਚੁਅਲਿਟੀ ਔਰ ਡਿਵਿਨਿਟੀ 'ਚ ਵੀ ਅੰਤਰ ਹੈ, ਇਹ ਫਿਰ ਬਾਅਦ ਵਿੱਚ ਆਉਂਦੀ ਹੈ ਵਿਚਾਰ। ਪਹਿਲਾਂ ਆਪਾਂ ਧਰਮ ਦੀ, ਰਿਲੀਜਨ ਦੀ ਔਰ ਸਪਿਰਚੁਅਲਿਟੀ ਦੀ ਵਿਚਾਰ ਕਰ ਲਈਏ। ਡਿਵਿਨਿਟੀ ਦੀ ਥੋੜ੍ਹਾ ਜਿਹਾ ਫਰਕ ਹੈ, ਉਹ ਬਾਅਦ 'ਚ ਕਰਦੇ। ਜਿਹੜੇ ਧਾਰਮਿਕ ਲੋਕ ਹੁੰਦੇ ਆ, ਦੇ ਆਲਵੇਜ਼ ਸਲੀਪ, ਉਹ ਸੁੱਤੇ ਪਏ ਹੁੰਦੇ, ਜਾਗਦੇ ਨਹੀਂ ਹੁੰਦੇ। ਇਹ ਤੋਂ ਮੁਰਾਦ ਇਹ ਹੈ ਵੀ ਦੁਨੀਆਦਾਰੀ ਦੇ ਕਰਮ ਤਾਂ ਕਰਦੇ ਹੀ ਹੈ ਸਾਰੇ, ਜਾਗਦੇ ਤਾਂ ਵੈਸੇ ਤਾਂ ਹੈ ਜੇ ਆਪਾਂ ਨੂੰ ਬਾਹਰਲੇ ਅਰਥ ਦੇਖੀਏ, ਲੇਕਿਨ ਧਾਰਮਿਕ ਤੌਰ 'ਤੇ, ਵਨਨੈਸ ਦੇ ਤੌਰ 'ਤੇ ਸਭ ਸੁੱਤੇ ਪਏ ਹੁੰਦੇ। ਜਿਹੜੇ ਸਪਿਰਚੁਅਲ ਪਰਸਨ ਹੁੰਦੇ ਆ, ਦੇ ਆਰ ਆਲਵੇਜ਼ ਅਵੇਕ, ਉਹ ਹਮੇਸ਼ਾ ਜਾਗਦੇ। ਫਿਰ ਜਿਹੜੇ ਰਿਲੀਜੀਅਸ ਪੀਪਲ ਹੁੰਦੇ ਆ, ਉਹ ਗਾਈਡਡ ਹੁੰਦੇ ਆ ਕਿਸੇ ਬੁੱਕ ਤੋਂ ਜਾਂ ਕਿਸੇ ਪਰਸਨ ਤੋਂ, ਉਹਦੇ ਪ੍ਰਤੀ ਆਸਥਾ ਹੁੰਦੀ ਹੈ ਉਹਨਾਂ ਦੀ। ਜਿਹੜੇ ਸਪਿਰਚੁਅਲ ਪਰਸਨ ਹੈ, ਦੇ ਆਰ ਗਾਈਡਡ ਬਾਈ ਦੇਅਰ ਇਨਰ ਵੋਇਸ, ਉਹ ਅੰਦਰਲੀ ਆਪਣੀ ਜਿਹੜੀ ਆਤਮਾ ਦੀ ਆਵਾਜ਼ ਹੈ ਉਹ ਤੋਂ ਗਾਈਡ ਹੋਏ ਪਏ ਹੁੰਦੇ। ਭਾਵੇਂ ਸਹਾਰਾ ਲੈਂਦੇ ਉਹ ਧਾਰਮਿਕ ਗ੍ਰੰਥਾਂ ਦਾ, ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਲੋਅਰ ਨੌਲੇਜ ਦੀ ਬਾਤ ਉੱਪਰ ਆਈ ਹੈ, ਲੋਅਰ ਨੌਲੇਜ ਦੇ ਵਿੱਚੋਂ ਹੀ ਹਾਇਰ ਨੌਲੇਜ ਪ੍ਰਗਟ ਹੁੰਦੀ ਹੈ। ਇਹ ਬੁਰਾ ਕਰਮ ਨਹੀਂ ਹੈ, ਲੇਕਿਨ ਇਹ ਹੈ ਵੀ ਜੇ ਇਹਦੀ ਦਿਸ਼ਾ ਨਹੀਂ ਸਹੀ ਹੈ, ਉੱਥੀ ਰਹਿ ਗਿਆ, ਦਸ਼ਾ ਵਿੱਚ ਹੀ ਹੈ, ਫਿਰ ਇਹ ਕਾਮਯਾਬ ਨਹੀਂ ਹੁੰਦਾ, ਸਫਲ ਨਹੀਂ ਹੁੰਦਾ। ਅਗਰ ਇਹਦੇ ਵਿੱਚੋਂ ਹੀ ਅਸੀਂ ਦਿਸ਼ਾ ਉੱਧਰ ਬਣਾ ਦਈਏ ਵਨਨੈਸ 'ਚ, ਫਿਰ ਇਹ ਕਰਮ ਧਰਮ ਸਫਲ ਹੋ ਜਾਂਦਾ। ਤੋ ਇਹ ਫਰਕ ਹੈ ਧਰਮ ਔਰ ਸਪਿਰਚੁਅਲਿਟੀ। ਜਿਹੜਾ ਰਿਲੀਜਨ ਹੈ ਉਹ ਆਲਵੇਜ਼ ਥ੍ਰੈਟਨਸ ਐਂਡ ਫਰਾਈਟਨਸ, ਧਰਮ ਡਰਾਉਂਦਾ ਹੈ ਔਰ ਫੀਅਰ ਦਿੰਦਾ ਹੈ, ਲੇਕਿਨ ਸਪਿਰਚੁਅਲਿਟੀ ਇਸ ਤਰ੍ਹਾਂ ਨਹੀਂ ਹੈ। ਸਪਿਰਚੁਅਲਿਟੀ ਗਿਵਜ਼ ਇਨਰ ਪੀਸ, ਮਾਈਂਡ ਦੀ ਪੀਸ ਦਿੰਦੀ ਹੈ ਜਿਹੜੀ ਸਪਿਰਚੁਅਲਿਟੀ ਹੈ, ਡਰਾਉਂਦੀ ਨਹੀਂ ਕਿਸੇ ਨੂੰ। ਜਿਵੇਂ ਜਿਹੜਾ ਆਫਟਰ ਲਾਈਫ ਹੈ ਬੰਦੇ ਦਾ, ਉਹਦੇ ਪ੍ਰਤੀ ਬਹੁਤ ਡਰਾਵਾ ਹੈ ਧਰਮ ਦੇ ਵਿੱਚ। ਜਿਹੜੀ ਸਪਿਰਚੁਅਲਿਟੀ ਹੈ ਉਹਦੇ 'ਚ ਡਰਾਵਾ ਨਹੀਂ ਹੈ, ਉਹਦੇ 'ਚ ਸਿਰਫ ਅਵੇਕ ਕਰਿਆ ਜਾਂਦਾ ਵੀ ਪਿੱਛੋਂ ਭਾਈ ਇਹ ਕੁਛ ਵੀ ਹੋਣਾ ਹੈ, ਜਾਗ, ਡਰਾਵਾ ਨਹੀਂ ਦਿੱਤਾ ਜਾਂਦਾ ਉਹਦਾ। ਧਰਮ ਜਿਹੜਾ ਹੈ, ਇਟ ਸਪੀਕਸ ਆਫ ਸਿਨ ਐਂਡ ਗਿਲਟ, ਪਾਪ ਪੁੰਨ ਦੇ ਵਿੱਚ ਫਸਿਆ ਵਾ ਹੁੰਦਾ ਧਾਰਮਿਕ ਬੰਦਾ, ਔਰ ਗਿਲਟ ਦੇ ਵਿੱਚ, ਗਿਲਟ ਹੁੰਦਾ ਆਪਣਾ ਆਪਣੇ ਆਪ ਨੂੰ ਪਛਚਾਤਾਪ ਕਰਨਾ। ਜੇ ਅਸਲੀ ਪਛਚਾਤਾਪ ਹੋਵੇ ਉਹ ਹੋਰ ਚੀਜ਼ ਹੈ, ਉਹ ਚੰਗੀ ਚੀਜ਼ ਹੈ। ਲੇਕਿਨ ਜਿਹੜੀ ਸਪਿਰਚੁਅਲਿਟੀ ਹੈ ਇਹ ਕਹਿੰਦੀ ਹੈ ਵੀ ਲਰਨ ਫਰੋਮ ਐਰਰ, ਆਪਣੀਆਂ ਗਲਤੀਆਂ ਤੋਂ ਸਿੱਖੋ, ਪਾਪ ਪੁੰਨ ਤੋਂ ਉੱਪਰ ਉੱਠ ਜਾਓ। ਪਾਪ ਪੁੰਨ ਜਿਹੜੇ ਹੈ ਇਹ ਤਿੰਨਾਂ ਗੁਣਾਂ 'ਚ ਹੁੰਦੇ ਆ। ਤਿੰਨੇ ਗੁਣਾਂ ਦਾ ਵੀ ਜਿਹੜਾ ਉੱਪਰਲਾ ਗੁਣ ਹੈ ਸਤੋ ਗੁਣ, ਉਹਦੇ ਵਿੱਚ ਇਹ ਸਮਝੇ ਜਾਂਦੇ ਆ। ਜਿਹੜਾ ਰੂਹਾਨੀ ਪਰਸਨ ਹੈ, ਨੂਰਾਨੀ ਪਰਸਨ ਹੈ, ਉਹ ਇਹਨਾਂ ਤੋਂ ਬਾਹਰ ਨਿਕਲ ਜਾਂਦਾ। ਪਾਪ ਪੁੰਨ ਦੋਏ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਇਹ ਪੁੰਨ ਪਾਪ ਹੈ ਜਿਹੜੇ ਇਹਦੀਆਂ ਵਿਚਾਰਾਂ ਧਰਮ ਕਰਦਾ ਹੈ,
ਜਿਹੜਾ ਸਪਿਰਚੁਅਲ ਪਰਸਨ ਹੈ ਉਹ ਨਹੀਂ ਕਰਦਾ, ਉਹ ਇਹਨਾਂ ਦੋਹਾਂ ਤੋਂ ਬਾਹਰ ਨਿਕਲ ਜਾਂਦਾ, ਕਿਉਂਕਿ ਪਾਪ ਪੁੰਨ ਦੋਏ ਹਉਮੈ 'ਚੋਂ ਨਿਕਲਦੇ, ਹਉਮੈ ਨੂੰ ਪ੍ਰਵਾਨ ਨਹੀਂ ਕਰਦੇ ਜਿਹੜੀ ਸਪਿਰਚੁਅਲਿਟੀ ਜਾਂ ਡਿਵਿਨਿਟੀ ਖਾਸ ਕਰਕੇ। ਤੋ ਜਿਹੜਾ ਰੈਲੀਜਨ ਹੈ ਉਹ ਲਗਭਗ ਆਲਮੋਸਟ ਦੇਵਤਿਆਂ ਦੇ ਪ੍ਰਤੀ ਹੈ, ਸਿੱਖ ਧਰਮ ਨੂੰ ਛੱਡ ਕੇ ਜਾਂ ਇਸਲਾਮ ਨੂੰ ਛੱਡ ਕੇ। ਉਹ ਵੀ ਪਰਮਾਤਮਾ ਨੂੰ, ਗੋਡ ਨੂੰ, ਅੱਲਾ ਦੇ ਵਿੱਚ ਵਿਸ਼ਵਾਸ ਕਰਦੇ। ਅਤੇ ਜਿਹੜਾ ਸਪਿਰਚੁਅਲ ਪਰਸਨ ਹੈ ਉਹ ਗੋਡ ਦੇ ਮੁਤਲਕ ਸੋਚਦਾ ਵਿਚਾਰਦਾ ਹਰ ਵਕਤ ਬਨਿਸਬਤ ਦੇਵੀ ਦੇਵਤਿਆਂ। ਜਿਹੜਾ ਧਰਮ ਹੈ ਉਹ ਦੈਟ ਇਨਵੈਂਟਸ, ਔਰ ਸਪਿਰਚੁਅਲਿਟੀ ਜਿਹੜੀ ਹੈ ਦੈਟ ਫਾਈਂਡਸ। ਇਨਵੈਂਸ਼ਨ ਔਰ ਫਾਈਂਡਿੰਗ ਦੋਹੇ ਅਲੱਗ ਅਲੱਗ ਚੀਜ਼ਾਂ। ਧਰਮ ਹਿਊਮਨ ਹੈ, ਮਨੁੱਖਤਾ ਹੈ, ਲੇਕਿਨ ਜਿਹੜੀ ਸਪਿਰਚੁਅਲਿਟੀ ਹੈ ਦੈਟ ਇਜ਼ ਡਿਵਾਈਨ। ਸਪਿਰਚੁਅਲ ਉਹ ਮਨੁੱਖਤਾ ਤੋਂ ਉੱਪਰ ਹੈ। ਅੱਜ ਕੱਲ੍ਹ ਸਾਡੇ ਜਿਹੜੇ ਕਈ ਲੀਡਰ ਹੈ ਉਹ ਮਨੁੱਖਤਾ ਨੂੰ ਬਹੁਤ ਬੜਾ ਕਰਨ ਲੱਗੇ ਹੋਏ ਹੈ। ਠੀਕ ਹੈ, ਮਨੁੱਖਤਾ ਦੀ ਆਪਣੀ ਇੱਕ ਦੇਣ ਹੈ, ਗੁਰਬਾਣੀ 'ਚ ਵੀ ਇਹਦਾ ਕਨਸੈਪਟ ਹੈਗਾ ਮਨੁੱਖਤਾ ਦਾ, ਲੇਕਿਨ ਮਨੁੱਖਤਾ ਸਭ ਕੁਛ ਨਹੀਂ ਹੈ। ਡਿਵਾਈਨ ਹੋਣਾ ਬਹੁਤ ਉੱਚੀ ਗੱਲ ਹੈ। ਜਿਹੜਾ ਧਰਮ ਹੈ ਉਹ ਆਲਮੋਸਟ ਡਿਵਾਈਡ ਕਰਦਾ ਆਪਣੇ ਆਪਣੇ ਪ੍ਰਤੀ। ਜਿਹੜੇ ਧਾਰਮਿਕ ਲੋਕ ਹੈ ਆਪਣੇ ਆਪਣੇ ਧਰਮ ਪ੍ਰਤੀ ਜ਼ਿਆਦਾ ਸੋਚਦੇ ਹੈ, ਔਰ ਉਹਦੇ ਵਿੱਚੋਂ ਫਿਰ ਇੰਤਸ਼ਾਰ ਨਿਕਲਦਾ, ਵੰਡੇ ਜਾਂਦੇ ਹੈ। ਲੜਾਈਆਂ ਝਗੜੇ ਧਰਮ ਦੇ ਨਾਂ 'ਤੇ ਹੁੰਦੇ ਆਏ ਹੈ, ਇਤਿਹਾਸ ਦੇ ਵਿੱਚ ਆਪਾਂ ਨੇ ਦੇਖਿਆ ਹੀ ਹੈ। ਇਸਲਾਮ ਦੇ ਨਾਂ 'ਤੇ ਕਿੰਨਾ ਜ਼ੁਲਮ ਕਤਲੋ ਗਾਰਤ ਹੋਈ ਹੈ। ਜਿਹੜੀ ਸਪਿਰਚੁਅਲਿਟੀ ਹੈ ਇਹ ਯੂਨਾਈਟ ਕਰਦੀ ਹੈ, ਇਹ ਇੱਕ ਦੂਜੇ ਨੂੰ ਪ੍ਰੇਮ ਵਧਾਉਂਦੀ ਹੈ। ਜਿਹੜਾ ਰੈਲੀਜਨ ਹੈ, ਧਰਮ ਹੈ, ਇਟ ਫੋਲੋਜ਼ ਏ ਸੇਕਰੇਡ ਬੁੱਕ। ਇਹ ਕਿਸੇ ਧਾਰਮਿਕ ਪਵਿੱਤਰ ਗ੍ਰੰਥ ਨੂੰ ਜਾਂ ਕਿਤਾਬ ਨੂੰ ਫੋਲੋ ਕਰਦਾ ਹੈ। ਲੇਕਿਨ ਜਿਹੜਾ ਸਪਿਰਚੁਅਲ ਪਰਸਨ ਹੈ ਉਹ ਹਰ ਇੱਕ ਧਾਰਮਿਕ ਗ੍ਰੰਥ ਦੇ ਵਿੱਚ ਸੇਕਰੇਡਨੈਸ ਟੋਲਦਾ, ਪਵਿੱਤਰਤਾ ਟੋਲਦਾ। ਜਿਵੇਂ ਟਾਇਨਬੀ ਨੇ ਕਿਹਾ ਨਾ ਵੀ ਐਵਰੀ ਰਿਲੀਜੀਅਸ ਬੁੱਕ ਕੰਟੇਨਸ ਟਰੂਥ। ਸੱਚ ਸਭ ਵਿੱਚ ਹੈ, ਬਟ ਗੁਰੂ ਗ੍ਰੰਥ ਕੰਟੇਨਸ ਫੁੱਲਨੈਸ ਆਫ ਟਰੂਥ। ਫਰਕ ਜ਼ਰੂਰ ਹੈ, ਫਰਕ ਡਿਵਿਨਿਟੀ ਦਾ ਵੀ ਹੈ, ਉਹ ਅੱਗੇ ਆਉਂਦੀ ਹੈ ਵਿਚਾਰ। ਫਿਰ ਅਜੇ ਆਪਾਂ ਸਿਰਫ ਧਰਮ ਦੀ ਔਰ ਸਪਿਰਚੁਅਲਿਟੀ ਦੀ ਵਿਚਾਰ ਕਰ ਰਹੇ ਹਾਂ। ਸਪਿਰਚੁਅਲਿਟੀ ਸਪਿਰਿਟ ਤੋਂ, ਆਤਮਾ ਤੋਂ ਹੈ, ਸਾਧ ਸੰਗਤ। ਧਰਮ ਮਨ ਨਾਲ ਤਾਲੁਕ ਰੱਖਦਾ, ਸਪਿਰਚੁਅਲਿਟੀ ਆਤਮਾ ਨਾਲ ਚੱਲਦੀ। ਔਰ ਧਰਮ ਡੁਐਲਿਟੀ 'ਚ ਬਿਲੀਵ ਕਰਦਾ ਹੈ, ਜਿਹੜੀ ਸਪਿਰਚੁਅਲਿਟੀ ਹੈ ਉਹ ਪਰਮਾਤਮਾ 'ਚ ਏਕੇ 'ਚ ਬਿਲੀਵ ਕਰਦੀ ਹੈ, ਖਾਸ ਕਰਕੇ ਜਿਹੜੀ ਡਿਵਿਨਿਟੀ ਹੈ। ਧਰਮ ਇਟ ਫੀਡਸ ਔਨ ਫੀਅਰ, ਇਹ ਡਰ ਦੇ ਉੱਪਰ ਪਲਦਾ, ਪਨਪਦਾ ਧਰਮ। ਲੇਕਿਨ ਜਿਹੜੀ ਸਪਿਰਚੁਅਲਿਟੀ ਹੈ ਇਟ ਫੀਡਸ ਔਨ ਟਰਸਟ ਐਂਡ ਫੇਥ, ਭਰੋਸੇ ਦੇ ਉੱਤੇ ਚੱਲਦਾ। ਜਿਹੜੇ ਧਾਰਮਿਕ ਬੰਦੇ ਹੈ ਦੇ ਲਿਵ ਇਨ ਦੇਅਰ ਥਾਟਸ, ਉਹ ਆਪਣੇ ਵਿਚਾਰਾਂ 'ਚ ਜਿਉਂਦੇ ਜਿਹੜੇ ਧਾਰਮਿਕ ਬੰਦੇ ਹੈ। ਲੇਕਿਨ ਜਿਹੜਾ ਸਪਿਰਚੁਅਲ ਬੰਦਾ ਹੋਊਗਾ ਹੀ ਲਿਵਸ ਇਨ ਹਿਜ਼ ਕੌਨਸ਼ੀਅਸਨੈਸ, ਉਹ ਆਪਣੀ ਜਾਗਰਤ ਅਵਸਥਾ ਹੈ ਜਿਹੜੀ ਆਤਮਾ ਦੀ, ਉਹਦੇ ਵਿੱਚ ਜਿਉਂਦਾ ਹਮੇਸ਼ਾ, ਥਾਟਸ ਵਿੱਚ ਨਹੀਂ ਜਿਉਂਦਾ। ਥਾਟਸ ਦਿਮਾਗੀ ਹੁੰਦੇ, ਮਾਈਂਡ ਦੇ ਵਿੱਚ ਹੁੰਦੇ ਆ। ਜਿਹੜੀ ਕੌਨਸ਼ੀਅਸਨੈਸ ਹੈ ਉਹ ਆਤਮਿਕ ਹੈ। ਜਿਹੜਾ ਧਾਰਮਿਕ ਬੰਦਾ ਹੈ ਉਹ ਪਾਸਟ ਵਿੱਚ ਔਰ ਫਿਊਚਰ 'ਚ ਜਿਉਂਦਾ ਹੈ, ਲਿਵ ਕਰਦਾ। ਲੇਕਿਨ ਜਿਹੜਾ ਸਪਿਰਚੁਅਲ ਬੰਦਾ ਹੀ ਲਿਵਸ ਇਨ ਦਾ ਪ੍ਰੈਜੈਂਟ, ਉਹ ਹੁਣ ਇਸ ਜਿਹੜਾ ਸਮਾਂ ਚੱਲਦਾ ਹੈ ਪ੍ਰੈਜੈਂਟ, ਇਹਦੇ ਵਿੱਚ ਜਿਉਂਦਾ ਹੈ, ਪਾਸਟ ਔਰ ਫਿਊਚਰ 'ਚ ਨਹੀਂ ਜਿਉਂਦਾ। ਧਰਮ ਸਾਨੂੰ ਇਹ ਮਜਬੂਰ ਕਰਦਾ ਵੀ ਬਿਲੀਵ ਕਰੋ ਜਿਹੜਾ ਇੱਥੋਂ ਬਾਅਦ ਦਾ ਜੀਵਨ ਹੈ ਆਫਟਰ ਡੈਥ, ਵੀ ਉਹਦੇ 'ਚ ਵਿਸ਼ਵਾਸ ਕਰੋ। ਸਪਿਰਚੁਅਲਿਟੀ ਐਂ ਨਹੀਂ ਕਹਿੰਦੀ ਵੀ ਵਿਸ਼ਵਾਸ ਕਰੋ, ਸਪਿਰਚੁਅਲਿਟੀ ਸਿਰਫ ਅਵੇਅਰ ਕਰਦੀ ਹੈ ਵੀ ਬਾਅਦ ਵਿੱਚ ਇਹ ਕੁਛ ਵੀ ਹੋਣਾ ਹੈ। ਅਵੇਅਰ ਕਰਨਾ ਅਤੇ ਜ਼ਬਰਦਸਤੀ ਵਿਸ਼ਵਾਸ ਕਰਵਾਉਣਾ। ਜਿਵੇਂ ਬੈਤਰਨੀ ਨਦੀ ਨੂੰ ਪਾਰ ਕਰਨਾ ਪੈਣਾ, ਲਹੂ ਰਾਤ ਦੀ ਨਦੀ ਹੈ, ਭਰਿਆ ਪਿਆ ਗਰਮ ਗਰਮ ਪਾਣੀ, ਉਹਨੂੰ ਗਊ ਦੀ ਪੂੰਛ ਪਕੜ ਕੇ ਪਾਰ ਹੋਣਾ, ਇਹ ਧਰਮ ਕਹਿੰਦਾ। ਲੇਕਿਨ ਜਿਹੜਾ ਸਪਿਰਚੁਅਲਿਟੀ ਹੈ ਉਹ ਕਹਿੰਦੀ ਹੈ ਵੀ ਨਹੀਂ, ਅਵੇਅਰ ਹੋ ਜਾਓ ਵੀ ਇਸ ਤਰ੍ਹਾਂ ਦੀਆਂ ਤਕਲੀਫਾਂ ਅੱਗੇ ਆਉਣੀਆਂ, ਪਰ ਇਹ ਮਜਬੂਰ ਨਹੀਂ ਕਰਦਾ ਵੀ ਇਹਨਾਂ ਨੂੰ ਮੰਨੋ। ਸਭ ਤੋਂ ਲਾਸਟ ਪੁਆਇੰਟ ਇਹ ਹੈ ਵੀ ਜਿਹੜੇ ਰਿਲੀਜੀਅਸ ਪੀਪਲ ਹੈ ਦੇ ਡੂ ਨਾਟ ਗੋ ਥਰੂ ਸਪਿਰਚੁਅਲ ਐਕਸਪੀਰੀਅੰਸ। ਧਾਰਮਿਕ ਬੰਦਿਆਂ ਨੂੰ ਸਪਿਰਚੁਅਲ ਐਕਸਪੀਰੀਅੰਸ ਨਹੀਂ ਹੁੰਦਾ ਹੈ।
ਉਹ ਸਿੰਪਲੀ ਤ੍ਰੈਗੁਣੀ ਹੁੰਦੇ। ਹਾਂ, ਜਿਹੜੇ ਸਪਿਰਚੁਅਲ ਪਰਸਨ ਹੈ ਦੇ ਗੋ ਥਰੂ ਹਿਊਮਨ ਐਕਸਪੀਰੀਅੰਸ। ਸਪਿਰਚੁਅਲ ਬੰਦਿਆਂ ਨੂੰ ਮਨੁੱਖਤਾ ਦਾ ਅਹਿਸਾਸ ਹੁੰਦਾ ਹੈ, ਉਹਦਾ ਐਕਸਪੀਰੀਅੰਸ ਹੁੰਦਾ ਹੈ, ਪਰ ਧਾਰਮਿਕ ਬੰਦਿਆਂ ਨੂੰ ਸਪਿਰਚੁਅਲਿਟੀ ਦਾ ਐਕਸਪੀਰੀਅੰਸ ਨਹੀਂ ਹੁੰਦਾ ਕਦੇ। ਇਹ ਚੀਜ਼ ਸੋਚਣ ਵਾਲੀ। ਹੁਣ ਸਾਧ ਸੰਗਤ ਜੀਓ, ਧਰਮ ਦਾ ਅਤੇ ਸਪਿਰਚੁਅਲਿਟੀ ਨੂੰ ਨਿਖੇੜ ਕੇ ਆਪਾਂ ਨੇ ਦੇਖਿਆ ਜਿਹੜੀ ਕਿ ਰਲ ਗੱਡ ਹੋਈ ਪਈ ਹੈ। ਹੁਣ ਅੱਗੇ ਆ ਜਾਓ ਡਿਵਾਇਨਟੀ ਵੱਲ। ਸਪਿਰਚੁਅਲਿਟੀ ਔਰ ਡਿਵਿਨਿਟੀ ਵਿੱਚ ਵੀ ਅੰਤਰ ਹੈ, ਇਹ ਵੀ ਰਲ ਗੱਡ ਕਰੇ ਹੋਏ ਨੇ। ਦੇਖੋ, ਧਾਰਮਿਕ ਪੂਜਾ ਵਿਸ਼ਵਾਸ ਸਪਿਰਚੁਅਲ ਬੰਦੇ ਦਾ ਹੋ ਸਕਦਾ ਹੈ, ਲੇਕਿਨ ਜਿਹੜਾ ਡਿਵਾਈਨ ਪਰਸਨ ਹੈ ਉਹਦਾ ਉਹ ਧਰਮ ਚੱਲੂਗਾ ਉਹਦੇ ਕੋਲ ਜਿਹੜਾ ਏਕੇ ਦਾ ਹੈ। ਏਕੇ ਤੋਂ ਬਿਨਾਂ ਦੂਜਾ ਨਹੀਂ। ਕੇਵਲ ਔਰ ਕੇਵਲ ਪਰਮਾਤਮਾ ਦੀ ਪੂਜਾ, ਉਹਦੀ ਅਰਚਨਾ, ਉਹਦਾ ਵਿਸ਼ਵਾਸ, ਉਹਦੀ ਮੈਡੀਟੇਸ਼ਨ, ਉਹ ਤੋਂ ਬਿਨਾਂ ਬਿਲਕੁਲ ਨਹੀਂ। ਦੂਜੀ ਛੋੜ ਕੁਬਾਟੜੀ ਏਕ ਸੌ ਚਿੱਤ ਲਾਇ, ਦੂਜੇ ਭਾਵੀ ਨਾਨਕਾ ਬਹਿਣ ਲੁਡੰਦੜੀ ਜਾਏ। ਸਭ ਦੁਨੀਆ ਹੜੀ ਜਾ ਰਹੀ ਹੈ ਦੂਜੇ ਭੌ 'ਚ, ਲੇਕਿਨ ਜਿਹੜਾ ਡਿਵਾਈਨ ਪਰਸਨ ਹੈ ਉਹ ਕੇਵਲ ਏਕੇ ਦੇ ਵਿੱਚ ਤਰਦਾ ਹੈ, ਏਕੇ ਦੇ ਨਾਲ ਜੁੜਦਾ ਹੈ, ਉਹਦੇ ਨਾਲ ਉਹ ਪਾਰ ਹੋ ਜਾਂਦਾ। ਉਹ ਬਹਿੰਦਾ ਨਹੀਂ ਲੋਕਾਂ ਦੀ ਤਰ੍ਹਾਂ, ਹਟਦਾ ਨਹੀਂ ਹੈ ਔਰ ਡੁੱਬਦਾ ਨਹੀਂ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਉਹ ਤੋਂ ਜਿਹੜੀ ਡਿਵਿਨਿਟੀ ਹੈ ਉਹ ਏਕਾ ਹੈ। ਜਿਵੇਂ ਸ਼ੰਕਰਾਚਾਰੀਆ ਹੋਏ ਜਾਂ ਰਾਮਾਨੁਜਾਚਾਰੀਆ ਹੋਏ ਆ, ਉਹਨਾਂ ਨੇ ਵੀ ਵਨਨੈਸ ਕਿਹਾ, ਪਰਮਾਤਮਾ ਨੂੰ ਐਬਸੋਲਿਊਟ ਮੰਨਿਆ, ਹੋਰਾਂ ਦੀ ਬਜਾਏ ਪਰਮਾਤਮਾ ਨੂੰ ਸੁਪਰ ਮੰਨਿਆ ਹੈ। ਪਰ ਉਹਨਾਂ ਦੇ ਵਿੱਚ ਵੀ ਭੇਦ ਹੈ। ਅੱਗੇ ਗੁਰਬਾਣੀ ਨੇ ਉਹ ਭੇਦ ਉਜਾਗਰ ਕਰੇ, ਕਿਉਂਕਿ ਸਿੱਖ ਮੱਤ ਵਿੱਚ ਅਸੀਂ ਇਹ ਸਮਝਦੇ ਹਾਂ, ਸਭ ਲੋਕ, ਸਾਡਾ ਵਿਸ਼ਵਾਸ ਹੈ ਜਿਹੜਾ ਵੀ ਸਿੱਖ ਮੱਤ ਨੂੰ ਮੰਨਦਾ, ਉਹ ਧਰਮ ਕੋਈ ਵੀ ਹੋਵੇ ਉਹਦਾ, ਸਾਡੇ ਬਹੁਤ ਸਾਰੇ ਹਿੰਦੂ ਭਰਾ ਵੀ ਮੰਨਦੇ ਸਿੱਖ ਮੱਤ ਨੂੰ, ਉਹਦੇ ਵਿੱਚ ਇਹ ਵਿਸ਼ਵਾਸ ਹੈ ਬਈ ਏਕੇ ਤੋਂ ਬਿਨਾਂ ਦੂਜੇ ਦੀ ਗੱਲ ਨਹੀਂ ਕਰਨੀ। ਦੂਜਾ ਹੈ ਹੀ ਨਹੀਂ, ਦੂਜਾ ਤਾਂ ਨਾ ਪਾਏਦਾਰ ਹੈ, ਉਹ ਰਹਿਣ ਵਾਲਾ ਨਹੀਂ ਹੈ, ਏਕਾ ਰਹਿਣ ਵਾਲਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ, ਬਾਕੀ ਸਭ ਨੇ ਵਿਣਸਣਾ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਆਪਾਂ ਹੁਣੇ ਪੜ੍ਹ ਕੇ ਹਟੇ। ਕੇਵਲ ਗੁਰੂ ਪਰਮਾਤਮਾ ਸੰਗਤ, ਇਹਨਾਂ ਨੇ ਰਹਿਣਾ ਹੈ, ਜਾਂ ਸੰਤ ਕਹਿ ਲਓ, ਇੱਕੋ ਬਾਤ ਹੈ। ਹੋਰ ਨੇ ਕਿਸੇ ਨੇ ਇੱਥੇ ਰਹਿਣਾ ਨਹੀਂ, ਸਭ ਨੇ ਇੱਥੋਂ ਜਾਣਾ ਹੈ। ਇਹ ਰਹਿਣ ਤੋਂ ਮੁਰਾਦ ਹੈਗਾ ਆਤਮਿਕ ਜੀਵਨ ਦੇ ਤੌਰ 'ਤੇ। ਸਰੀਰ ਤਾਂ ਸਭ ਦਾ ਜਾਣਾ ਹੈ, ਸੰਤਾਂ ਦਾ ਵੀ ਜਾਣਾ ਹੈ। ਆਪਾਂ ਨੂੰ ਪਤਾ ਵੀ ਸੰਸਕਾਰੇ ਗਏ ਆ ਸਰੀਰ, ਸਿੱਖ ਧਰਮ ਵਿੱਚ ਵੀ, ਜਾਂ ਪਾਣੀ ਦੇ ਵਿੱਚ ਵਿਸਰਜਨ ਕਰੇ ਗਏ ਆ, ਲੇਕਿਨ ਅੱਜ ਵੀ ਜਿਉਂਦੇ ਆਤਮਿਕ ਤੌਰ 'ਤੇ। ਤੋ ਜਿਹੜਾ ਰਹਿਣ ਵਾਲੀ ਬਾਤ ਹੈ ਉਹ ਨਾਮ ਦੀ ਹੈ। ਜੇ ਕਿਸੇ ਨਾਮ ਵਾਲੇ ਮਹਾਂਪੁਰਸ਼ ਨੂੰ ਗਰਦਨ ਵੀ ਕੱਟ ਦਿੱਤੀ ਗਈ, ਜਾਂ ਐਨੀ ਵੇ ਕਤਲ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਉਹ ਮਰਦਾ ਨਹੀਂ ਕਦੇ ਵੀ, ਉਹ ਫਿਰ ਵੀ ਅਮਰ ਹੈ। ਅੱਜ ਗੁਰੂ ਤੇਗ ਬਹਾਦਰ ਜੀ ਦੇ ਆਪਾਂ ਨੇ ਸ਼ਲੋਕ ਪੜ੍ਹੇ, ਹੋ ਗਈ ਕਿ ਨਹੀਂ ਅਮਰਤਾ? ਸਾਰੀ ਦੁਨੀਆ ਪੜ੍ਹ ਰਹੀ ਹੈ। ਕਬੀਰ ਜੀ ਨੂੰ ਭਾਵੇਂ ਬਨਾਰਸ 'ਚੋਂ ਵੀ ਕੱਢਣਾ ਪੈ ਗਿਆ, ਕੱਢ ਦਿੱਤਾ ਲੋਕਾਂ ਨੇ, ਕਿਉਂਕਿ ਉਹ ਇੱਕ ਦੀ ਗੱਲ ਕਰਦੇ ਸੀ, ਵਨਨੈਸ ਦੀ। ਬਨਾਰਸ ਵਿੱਚ ਡੁਐਲਿਟੀ ਚੱਲਦੀ, ਅੱਜ ਕੱਲ੍ਹ ਵੀ ਚੱਲ ਰਹੀ ਹੈ। ਗੰਗਾ ਨੂੰ ਪੂਜਿਆ ਜਾਂਦਾ, ਮਾਤਾ ਸਮਝ ਕੇ, ਦੇਵੀ ਸਮਝ ਕੇ। ਇਸੇ ਕਰਕੇ ਕਬੀਰ ਜੀ ਨੂੰ ਬਨਾਰਸ 'ਚੋਂ ਕੱਢਿਆ ਗਿਆ, ਲੇਕਿਨ ਅੱਜ ਵੀ ਕਬੀਰ ਜੀ ਨੂੰ ਸਾਰੀ ਦੁਨੀਆ ਨਤਮਸਤਕ ਹੁੰਦੀ ਹੈ। ਜਦ ਗੁਰਬਾਣੀ ਨੂੰ ਮੱਥਾ ਟੇਕਦੀ ਹੈ, ਤੇ ਵਿੱਚ ਕਬੀਰ ਜੀ ਵੀ ਵਿਰਾਜਮਾਨ ਹੈ। ਸੋ ਅਮਰ ਹੁੰਦਾ ਜਿਹੜਾ ਰੱਬ ਦਾ ਬੰਦਾ, ਜਿਹੜਾ ਅੰਦਰ ਤੋਂ ਰੱਬ ਦਾ ਬੰਦਾ। ਰੱਬ ਦੇ ਬੰਦੇ ਤਾਂ ਅਸੀਂ ਸਾਰੇ ਦਾਅਵਾ ਕਰਦੇ ਹਾਂ ਵੀ ਅਸੀਂ ਹੈਗੇ, ਜਿਹੜੇ ਡੁਐਲਿਟੀ 'ਚ ਬੈਠੇ ਉਹ ਵੀ ਦਾਅਵਾ ਕਰਦੇ ਹਾਂ, ਉਹ ਨਹੀਂ। ਡਿਵਾਈਨ ਹੋਣਾ ਸਿੱਖ ਧਰਮ ਦੀ ਇਹ ਇੱਕ ਖਾਸੀਅਤ ਹੈ। ਸਿੱਖ ਧਰਮ ਦਾ ਹਰ ਇੱਕ ਅਸੂਲ ਹੈ ਜਿਹੜਾ ਉਹ ਡਿਵਾਈਨ ਹੈ। ਇਹ ਗੱਲ ਜੁਦੀ ਹੈ ਵੀ ਸਮੇਂ ਦੇ ਨਾਲ ਕੁਛ ਡਾਇਲਿਊਟ ਹੋ ਜਾਂਦੇ ਪ੍ਰਿੰਸੀਪਲ, ਲੋਕਾਂ ਦੇ ਵਿੱਚ, ਲੋਕਾਂ ਦੇ ਮਨਾਂ 'ਚ ਫਰਕ ਪੈ ਜਾਂਦਾ ਉਸ ਸਿਧਾਂਤ ਪ੍ਰਤੀ। ਪਰ ਜਿਹੜਾ ਬੇਸਿਕਲੀ ਜਾਂ ਐਕੈਡੈਮਿਕਲੀ ਜੋ ਬਾਤ ਗੁਰਬਾਣੀ 'ਚ ਹੈ ਜਾਂ ਗੁਰਮਤ ਵਿੱਚ ਹੈ, ਉਹ ਬਿਲਕੁਲ ਡਿਵਾਈਨ ਹੈ। ਜੇ ਸੇਵਾ ਦੇ ਕੰਸੈਪਟ ਆਇਆ ਦਾਨ ਦੀ ਬਜਾਏ, ਉਹ ਵੀ ਡਿਵਾਈਨ ਹੈ। ਵੀ ਆਪਣੀ ਗੱਲ ਨਾ ਕਰੋ, ਪਰਮਾਤਮਾ ਨੂੰ ਬੜਾ ਕਰੋ, ਸੰਗਤ ਨੂੰ ਬੜਾ ਕਰੋ। ਆਪਣੇ ਆਪੇ ਨੂੰ ਕਾਹਤੇ ਬੜਾ ਕਰੀਏ? ਉਹ ਡਿਵਾਈਨ ਹੋ ਹੀ ਨਹੀਂ ਸਕਦਾ ਜਿਹੜਾ ਆਪਣੇ ਆਪ ਨੂੰ ਬੜਾ ਕਰੇ, ਕਿਉਂਕਿ ਉਹਦੇ 'ਚ ਹਉਮੈ ਆਉਂਦੀ ਹੈ, ਮੈਂ ਆਉਂਦੀ ਹੈ, ਮੈਂ ਬੜਾ
ਮੈਨੂੰ ਲੋਕ ਦਾਨੀ ਸਮਝਣ, ਉਹ ਬਾਤ। ਸੋ ਸਾਧ ਸੰਗਤ ਜੀ, ਉਹ ਕੋਈ ਵੀ ਗੁਰਬਾਣੀ ਦਾ ਜਾਂ ਗੁਰਮਤ ਦਾ ਕੋਈ ਵੀ ਕਨਸੈਪਟ ਲੈ ਲਓ, ਉਹ ਡਿਵਾਈਨ ਹੈ। ਜੇ ਪਾਠ ਪਠਨ ਨੂੰ ਵੀ ਗੁਰਬਾਣੀ ਕਹਿੰਦੀ ਹੈ ਵੀ ਗੁਰਬਾਣੀ ਨਿੱਤ ਪੜ੍ਹੋ ਭਾਈ, ਉਹ ਵੀ ਡਿਵਾਈਨ ਹੈ, ਕਿਉਂਕਿ ਉਹਦੇ 'ਚ ਏਕਾ ਹੈ। ਗੁਰਬਾਣੀ 'ਚ ਏਕੇ ਤੋਂ ਬਿਨਾਂ ਦੂਜੀ ਗੱਲੇ ਨਹੀਂ ਹੈ। ਇਹ ਗੱਲ ਇੱਕ ਅਲੱਗਾ ਚੀਜ਼ ਹੈ ਵੀ ਅਸੀਂ ਸਿੱਖ ਉਹਨੂੰ ਇੱਕ 'ਚ ਲੈਂਦੇ ਹਾਂ, ਵਨਨੈਸ 'ਚ ਲੈਂਦੇ ਹਾਂ ਕਿ ਡੁਐਲਿਟੀ 'ਚ ਲੈਂਦੇ ਹਾਂ। ਜਿਹੜਾ ਇਹ ਸਾਡੇ ਕਈ ਡੇਰਿਆਂ ਵਾਲੇ ਪ੍ਰਚਾਰਦੇ ਆ ਨਾ ਵੀ ਆਹ ਮੰਤਰ ਪੜ੍ਹੋ, ਆਹ ਫਾਇਦਾ ਹੋ ਜਾਊਗਾ, ਉਹ ਡੁਐਲਿਟੀ ਹੈ। ਇਸ ਤਰ੍ਹਾਂ ਨਹੀਂ ਕਹਿੰਦੀ ਗੁਰਬਾਣੀ ਫਰਮਾਉਂਦੀ। ਗੁਰਬਾਣੀ ਮੁਤਾਬਕ ਸਾਰੀ ਉਹ ਗੁਰਬਾਣੀ ਗੁਰਮੰਤਰ ਹੈ। ਮੰਤਰ ਮੂਲ ਗੁਰਵਾਕ ਹੈ, ਗੁਰੂ ਦਾ ਵਾਕ, ਗੁਰੂ ਦਾ ਸ਼ਬਦ, ਸਾਰੇ ਮੰਤਰ। ਕੋਈ ਵਿਸ਼ੇਸ਼ ਮੰਤਰ ਦੀ ਗੱਲ ਗੁਰਬਾਣੀ 'ਚ ਨਹੀਂ ਪਾਈ ਹੋਈ, ਸਾਰੀ ਬਾਣੀ ਮੰਤਰ ਹੈ। ਸੋ ਇਹ ਵਿਖਰੇਵਾ ਕਰਨਾ ਵੀ ਇਹ ਸ਼ਬਦ ਨਾਲ ਆਹ ਸਿੱਧੀ ਹੋ ਜਾਊਗੀ, ਆਹ ਹੋ ਜਾਊਗੀ, ਇਸ ਤਰ੍ਹਾਂ ਦਾ ਕੁਛ ਨਹੀਂ ਹੈ ਗੁਰਬਾਣੀ 'ਚ। ਇਹ ਸਾਡੀ ਖਾਮ ਖਿਆਲੀ ਹੈ, ਮੂੜ ਮੱਤ ਹੈ ਜਿਹੜੀ ਅਸੀਂ ਪ੍ਰਚਾਰਦੇ। ਪਾਠ ਕਰਨਾ ਹੈ, ਹਦਾਇਤ ਹੈ ਸਾਨੂੰ ਕਰਨੇ ਦੀ, ਰੋਜ਼ ਕਰਨਾ ਨਿਤਨੇਮ, ਲੇਕਿਨ ਏਕੇ 'ਚ ਕਰਨਾ ਹੈ। ਉਹ ਤੋਂ ਏਕਾ ਬਣਾਉਣਾ ਆਪਣੇ ਅੰਦਰ, ਨਾ ਕਿ ਅਸੀਂ ਡੁਐਲਿਟੀ ਵਿੱਚ ਜਾਣਾ ਪਾਠ ਨੂੰ ਲੈ ਕੇ ਵੀ। ਇਹ ਡੁਐਲਿਟੀ ਨਹੀਂ ਹੈ ਵੀ ਮੜੀਆਂ ਦੇ ਵਿੱਚ ਅਸੀਂ ਪ੍ਰਕਾਸ਼ ਕਰਦੇ ਹਾਂ ਲਿਜਾ ਕੇ। ਔਰ ਸਾਰਾ ਹੀ ਲਗਭਗ ਸਿੱਖ ਜਗਤ 80-90% ਇਹਦੇ 'ਚ ਸਹਿਮਤ ਹੁੰਦਾ। ਇੱਕ ਵਾਰੀ ਆਪ ਜੀ ਨੂੰ ਯਾਦ ਹੋਊਗਾ, ਦਮਦਮਾ ਸਾਹਿਬ ਦੇ ਜਿਹੜੇ ਪਹਿਲੇ ਜਥੇਦਾਰ ਸੀਗੇ, ਜਥੇਦਾਰ ਆਨੰਦਗੜ੍ਹ, ਅੱਜ ਕੱਲ੍ਹ ਤਾਂ ਉਹ ਬਿਰਧ ਹੈ, ਉਹਨਾਂ ਨੂੰ ਕੁਛ ਨਰਵਸ ਦੀ ਵੀ ਪ੍ਰੋਬਲਮ ਹੈ। ਦਾਸਰੇ ਕੋਲ ਕਈ ਵਾਰ ਹੁਣ ਵੀ ਆਉਂਦੇ ਗੱਲਾਂ ਬਾਤਾਂ ਉਹ ਵੀ ਚੱਲ ਪੈਂਦੀਆਂ ਪਿਛਲੀਆਂ। ਉਹ ਸਿੱਖੀ ਨੂੰ ਸਮਰਪਿਤ ਸੀਗੇ। ਉਹ ਇੱਕ ਵਾਰੀ ਉਹਨਾਂ ਨੇ ਜਾ ਕੇ ਆਪਣੇ ਲੈ ਕੇ ਜਿਹੜੇ ਤਖਤ ਦੇ ਹੁੰਦੇ ਸੇਵਾਦਾਰ, ਇੱਕ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੋਂ ਮੜੀਆਂ 'ਚੋਂ ਚੁਕਵਾਇਆ ਸੀਗਾ, ਉੱਥੋਂ ਉਠਾਏ ਸੀ। ਲੇਕਿਨ ਲੋਕਾਂ ਨੇ ਉਹਨਾਂ ਦੇ ਸੋਟੀਆਂ ਮਾਰੀਆਂ ਸੀ, ਸਾਰੇ ਜਥੇਦਾਰ ਦੇ ਵੀ ਲੱਗੀਆਂ ਸੀ। ਮੈਜੋਰਟੀ ਪਿੰਡ ਦੀ ਉੱਧਰ ਮੜੀਆਂ 'ਚ ਵਿਸ਼ਵਾਸ ਕਰਦੀ ਸੀ ਵੀ ਜੇ ਤੁਸੀਂ ਭਾਈ ਮੜੀਆਂ 'ਚ ਵਿਸ਼ਵਾਸ ਕਰਨੇ ਤਾਂ ਏਕੇ ਨੂੰ ਡੁਐਲਿਟੀ ਕਿਉਂ ਬਣਾਉਣ ਲੱਗੇ ਆ? ਤੁਸੀਂ ਕਰੀ ਜਾਓ ਜੇ ਨਹੀਂ ਹਟਣਾ, ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੜੀਆਂ 'ਚ ਕਿਉਂ ਲਿਜਾਂਦੇ ਹੋ? ਨਾ ਪੜ੍ਹਿਆ ਹੋਇਆ ਗੁਰਬਾਣੀ ਨੂੰ, ਏਕੇ 'ਚ ਨਾ ਪੜ੍ਹੀ ਹੋਈ ਬਾਣੀ, ਇਹ ਮਜਬੂਰ ਕਰਦੀ ਹੈ ਲੋਕਾਂ ਨੂੰ ਵੀ ਮੜੀਆਂ ਵੀ ਉਹੀ ਹੈ। ਤਾਂ ਹੀ ਇਹ ਕੰਮ ਹੋ ਰਿਹਾ। ਤਾਂ ਮੈਨੂੰ ਕਹਿਣ ਦੇਣਾ, ਸਿੱਖ ਧਰਮ ਦੇ ਵਿੱਚ ਵੀ 90% ਇਹੀ ਕੁਛ ਹੋ ਰਿਹਾ ਜੋ ਬਾਕੀ ਧਰਮਾਂ 'ਚ ਹੋ ਰਿਹਾ। ਹੁਣ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਜਿਹੜੇ ਅਸੂਲ ਹੈ ਉਹ ਡਿਵਾਈਨ ਨਹੀਂ ਹੈ। ਅਸੂਲ ਡਿਵਾਈਨ ਹੈ। ਹੁਣ ਅਸੀਂ ਸਾਡੇ 'ਚ ਕਮਜ਼ੋਰੀ ਹੈ, ਅਸੀਂ ਦੁਨੀਆਦਾਰ ਹੈ, ਸਾਡਾ ਮਨ ਹੀ ਨਹੀਂ ਖੜਦਾ ਇੱਕ ਵਾਰ। ਅਸੀਂ ਜੋਤਸ਼ੀਆਂ ਤੋਂ ਨਗ ਵੀ ਪਾਉਂਦੇ, ਹਵਨ ਵੀ ਕਰਵਾਉਂਦੇ, ਪਰਮਾਤਮਾ ਦੇ ਹੁਕਮ ਨੂੰ ਟਾਲਣਾ ਵੀ ਚਾਹੁੰਦੇ, ਮਰਤੰਜੇ ਜਾਪ ਵੀ ਕਰਾਉਂਦੇ। ਇੰਦਰਾ ਪਹਿਲੇ ਪ੍ਰਧਾਨ ਮੰਤਰੀ ਸੀ ਆਪਣੇ, ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਅਟੈਕ ਕਰਵਾਇਆ, ਉਸ ਤੋਂ ਬਾਅਦ ਉਹਨਾਂ ਨੂੰ ਆਭਾਸ ਹੋ ਗਿਆ ਵੀ ਮੇਰੀ ਮੌਤ ਹੋ, ਪਤਾ ਨਹੀਂ ਕਿਵੇਂ ਉਹਨਾਂ ਨੂੰ ਅੰਦਰ ਤੋਂ ਇੰਟਿਊਸ਼ਨ ਹੋ ਗਈ ਵੀ ਮੇਰੀ ਮੌਤ ਹੋਣੀ। ਉਹਨਾਂ ਨੇ ਮਰਤੰਜੇ ਜਾਪ ਕਰਵਾਇਆ। ਉਹ ਇੱਕ ਮੰਤਰ ਹੁੰਦਾ, 108 ਵਾਰੀ ਪੜ੍ਹਿਆ ਜਾਂਦਾ ਵੀ ਜੇ ਕੋਈ ਆਕਸਮਾਤ ਅਚਾਨਕ ਕੋਈ ਮੌਤ ਆਉਣੀ ਹੋਵੇ ਤਾਂ ਉਹ ਟਲ ਜੇਗੀ। ਫਿਰ ਉਹ ਮੰਤਰ ਨਾਲ ਮੌਤ ਟਲੀ। ਜਦੋਂ ਉਹਨਾਂ ਦੇ ਗੋਲੀ ਲੱਗੀ, ਆਪਣੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ, ਡੈਥ ਹੋ ਗਈ। ਕਿਸੇ ਮਰਤੰਜੇ ਜਾਪ ਨੇ ਕੋਈ ਇਸ ਤਰ੍ਹਾਂ ਨਹੀਂ ਬਚਾਉਂਦਾ ਕਿਸੇ ਨੂੰ। ਜੋ ਪਰਮਾਤਮਾ ਦਾ ਹੁਕਮ ਹੈ, ਵਾਹਿਗੁਰੂ ਦਾ, ਰਾਮ ਦਾ, ਉਹ ਹੋ ਕੇ ਰਹਿਣਾ, ਉਹਨੂੰ ਕੋਈ ਨਹੀਂ ਟਾਲ ਸਕਦਾ। ਅਰਦਾਸ ਬੇਨਤੀ ਆਪਾਂ ਕਰ ਸਕਦੇ ਹਾਂ ਰੱਬ ਦੇ ਅੱਗੇ, ਕਿਉਂਕਿ ਅਸੀਂ ਉਹਦੇ ਪੁੱਤਰ ਹਾਂ। ਮੰਨਣੀ ਨਾ ਮੰਨਣੀ ਉਹਦੀ ਮਰਜ਼ੀ ਹੈ। ਜਿੱਥੇ ਮੌਤ ਦੀ ਗੱਲ ਹੈ ਉੱਥੇ ਨਹੀਂ ਟਲਦੀ, ਉਹ ਸਮਾਂ ਨਿਸ਼ਚਿਤ ਹੈ। ਸਮਾਂ, ਸਥਾਨ ਔਰ ਸਬੱਬ, ਇਹ ਤਿੰਨ ਸੱਸੇ ਹੈ। ਜਦੋਂ ਤਿੰਨੇ ਉਹ ਪੂਰੇ ਹੋਣਗੇ ਉੱਥੇ ਜਾ ਕੇ ਮੌਤ ਹੁੰਦੀ ਹੈ ਬੰਦੇ ਦੀ। ਸਮਾਂ ਵੀ ਉਹ ਹੋਵੇ, ਸਥਾਨ ਵੀ ਉਹ ਹੋਵੇ ਜਿਹੜਾ ਨਿਸ਼ਚਿਤ, ਅਤੇ ਸਬੱਬ ਕਾਰਨ ਵੀ ਉਹੀ ਹੋਵੇ, ਤਦ ਮੌਤ ਹੁੰਦੀ ਬਸ। ਇਹ ਨਹੀਂ ਹੋ ਸਕਦਾ ਵੀ ਉਹ ਸਮਾਂ ਟਲ ਜਾਏ ਜਾਂ ਉਹ ਸਥਾਨ ਟਲ ਜਾਏ ਜਾਂ ਉਹ ਸਬੱਬ ਟਲ ਜਾਏ, ਇੱਕ ਨਹੀਂ ਹੋ ਸਕਦਾ। ਫਿਰ ਪਰਮਾਤਮਾ ਦਾ ਨਿਯਮ ਕਿਆ ਹੋਇਆ? ਫਿਰ ਉਹਦੇ ਨਿਯਮ ਤਾਂ ਅਟੱਲ ਹੈ। ਹਾਂ, ਜਿਹੜਾ ਸੰਤ ਜਾਂ ਗੁਰੂ ਹੈ ਉਹਦੇ ਕੋਲ ਪਾਵਰ ਹੁੰਦੀ ਹੈ, ਉਹ ਕੁਛ ਵੀ ਕਰ ਸਕਦਾ ਹੈ, ਇਹ ਗੁਰਬਾਣੀ ਮੰਨਦੀ ਹੈ। ਐਸੇ ਮਿਸਾਲਾਂ ਵੀ ਆਉਂਦੀਆਂ, ਲੇਕਿਨ ਫਿਰ ਵੀ ਗੁਰੂ ਔਰ ਜਿਹੜਾ ਸੰਤ ਹੈ ਉਹ ਵੀ ਉਹਦੇ ਹੁਕਮ ਵਿੱਚ ਹੁੰਦੇ, ਉਹ ਆਪਣੀ ਮੌਤ ਨੂੰ ਕਦੇ ਵੀ ਨਹੀਂ ਟਾਲਦੇ। ਕਿਉਂ ਟਾਲਣਗੇ? ਜਾਂ ਉਹਦਾ ਹੁਕਮ ਹੈ, ਇਹ ਹੋਣੀ ਹੈ, ਅਣਹੋਣੀ ਥੋੜ੍ਹੀ ਹੈ। ਨਹੀਂ ਟਾਲ ਸਕਦੇ। ਹਾਲਾਂਕਿ ਐਸਾ ਵੀ ਜ਼ਿਕਰ ਆਉਂਦਾ ਮਹਾਭਾਰਤ ਵਿੱਚ ਵੀ ਭੀਸ਼ਮ ਪਿਤਾਮਾ ਨੇ ਆਪਣੀ ਮੌਤ ਨੂੰ ਕੁਛ ਦਿਨ ਅੱਗੇ ਪਾ ਲਿਆ ਸੀਗਾ
ਵੀ ਦਖਣਾਇਣ ਤੋਂ ਉੱਤਰਾਇਣ ਵਿੱਚ ਮੈਂ ਚਲਾ ਜਾਵਾਂ, ਉੱਤਰਾਇਣ 'ਚ ਮਰਨ ਵਾਲੇ ਨੂੰ ਗਤੀ ਸਮਝਦੇ ਆ ਅਤੇ ਦਖਣਾਇਣ ਵਿੱਚ ਬੁਰੀ ਗੱਲ ਸਮਝਦੇ ਆ। ਇਹ ਉਹਨਾਂ ਦੇ ਖਿਆਲ ਹੈ, ਗੁਰਮਤਿ ਦਾ ਖਿਆਲ ਨਹੀਂ ਹੈ ਇਹ, ਪਰ ਹੈ ਇਸ ਤਰ੍ਹਾਂ ਚੱਲਦੀ ਹੈ ਗੱਲ ਵੀ ਧਾਰਮਿਕ ਪੁਰਸ਼ ਜਿਹੜੇ ਉੱਚੀ ਅਵਸਥਾ ਵਾਲੇ ਹੁੰਦੇ ਉਹ ਆਪਣੀ ਮੌਤ ਨੂੰ ਟਾਲ ਲੈਂਦੇ, ਲੇਕਿਨ ਗੁਰਮਤਿ ਵਿੱਚ ਐਸੀ ਕੋਈ ਗੱਲ ਨਹੀਂ। ਇੱਕ ਦੋ ਮਿਸਾਲਾਂ ਆਉਂਦੀਆਂ ਬਈ ਛੇਵੇਂ ਪਾਤਸ਼ਾਹ ਦੇ ਸਪੁੱਤਰ ਨੇ ਕਿਸੇ ਬੰਦੇ ਨੂੰ ਜਿਉਂਦਾ ਕਰ ਲਿਆ ਸੀਗਾ, ਫਿਰ ਉਹਨਾਂ ਨੂੰ ਗੁਰੂ ਸਾਹਿਬ ਨੇ ਦੁਰਕਾਰ ਦਿੱਤਾ ਸੀਗਾ। ਇਹ ਇਤਿਹਾਸ ਹੈ, ਇਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ, ਪਰ ਗੁਰਬਾਣੀ ਦੇ ਵਿੱਚ ਐਸਾ ਕੁਝ ਨਹੀਂ ਹੈ ਜਿਹੜਾ ਕਹੇ ਵੀ ਮੌਤ ਨੂੰ ਟਾਲ ਦਿੰਦਾ ਕੋਈ ਬੰਦਾ। ਆਪਣੀ ਮੌਤ ਵੀ ਨਹੀਂ ਟਲਦੀ ਕਦੇ ਵੀ, ਇਹ ਹੁਕਮ ਹੈ ਉਹਦਾ, ਪਰਮਾਤਮਾ ਦਾ, ਮੌਤ ਨੇ ਆਉਣਾ ਹੀ ਆਉਣਾ। ਸੋ ਸਾਧ ਸੰਗਤ ਜੀਓ, ਜਿਹੜੀ ਡਿਵਿਨਿਟੀ ਹੈ, ਡਿਵਾਈਨਿਟੀ ਵੀ ਕਹੋ ਚਾਹੇ ਇਹਨੂੰ, ਇਹ ਬਿਲਕੁਲ ਨਿਆਰੀ ਹੈ ਸਪਿਰਿਚੁਅਲਿਟੀ ਤੋਂ। ਸਪਿਰਿਚੁਅਲ ਬੰਦਾ ਭੀ ਵਿੱਚ ਵਿਸ਼ਵਾਸ ਕਰਦਾ, ਆਪ ਵੀ ਔ ਵੀ, ਸਾਰਿਆਂ ਨੂੰ ਮੰਨੀ ਜਾਂਦਾ, ਹਾਲਾਂਕਿ ਉੱਚੀ ਅਵਸਥਾ 'ਚ ਹੁੰਦਾ, ਲੇਕਿਨ ਜਿਹੜਾ ਡਿਵਾਈਨ ਹੈ ਉਹ ਭੀ 'ਚ ਨਹੀਂ ਚੱਲਦਾ, ਉਹ ਹੀ ਵਿੱਚ ਚੱਲਦਾ, ਹੀ ਸ਼ਬਦ, ਇਹ ਹੀ ਬਸ, ਇੱਕ ਤੋਂ ਬਿਨਾਂ ਦੂਜੀ ਗੱਲ ਨਹੀਂ। ਇਹ ਅੰਤਰ ਹੈ ਸਪਿਰਿਚੁਅਲਿਟੀ ਔਰ ਡਿਵਿਨਿਟੀ ਦੇ ਵਿੱਚ। ਡਿਵਾਈਨ ਪਰਸਨ ਕਦੇ ਵੀ ਇੱਕ ਤੋਂ ਦੂਜੇ ਦੀ ਗੱਲ ਨਹੀਂ ਕਰੇਗਾ, ਗੱਲ ਕਰਨ ਤੋਂ ਮਤਲਬ ਉਹਦੇ 'ਤੇ ਨਿਸ਼ਚਾ ਨਹੀਂ ਲਿਆਏਗਾ। ਸਪਿਰਿਚੁਅਲ ਇਸ ਤਰ੍ਹਾਂ ਕਰ ਲੈਂਦਾ। ਸਪਿਰਿਚੁਅਲਿਟੀ ਦੇਖੋ, ਤਿੰਨ ਗੁਣ ਹੁੰਦੇ ਮਾਇਆ ਦੇ, ਰਜੋ ਸਤੋ ਔਰ ਤਮੋ। ਜਿਹੜਾ ਸਤੋ ਗੁਣ ਹੁੰਦਾ ਮਾਇਆ ਦਾ ਉਹ ਕਾਫੀ ਸ੍ਰੇਸ਼ਟ ਹੁੰਦਾ। ਕਈ ਲੋਕ ਜਿਹੜੇ ਸੱਚ ਬੋਲਣ ਵਾਲੇ ਹੁੰਦੇ, ਦੁਨਿਆਵੀ ਸੱਚ, ਉਹ ਸਤੋ ਗੁਣ 'ਚ ਆ ਜਾਂਦੇ, ਲੇਕਿਨ ਇਹਨਾਂ ਤੋਂ ਉੱਪਰ ਹੁੰਦਾ ਹੈ ਸਪਿਰਿਚੁਅਲਿਟੀ, ਜਿਹੜੇ ਆਤਮਿਕ ਲੈਵਲ ਤੱਕ ਪਹੁੰਚਦੇ ਆ ਬੰਦੇ। ਸਭ ਤੋਂ ਉੱਪਰ ਹੁੰਦੀ ਹੈ ਡਿਵਿਨਿਟੀ। ਤੋ ਸਪਿਰਿਚੁਅਲਿਟੀ ਕਮਜ਼ ਇਨ ਬਿਟਵੀਨ ਸਤੋਗੁਣ ਐਂਡ ਡਿਵਾਈਨ ਗੁਣ। ਇਹ ਵਿਚਾਲੇ ਦਾ ਮਾਰਗ ਹੈ ਜਿਹੜੀ ਸਪਿਰਿਚੁਅਲਿਟੀ। ਦੁਨੀਆਦਾਰੀ ਨਾਲੋਂ ਬਹੁਤ ਉੱਚਾ ਹੁੰਦਾ ਜਿਹੜਾ ਸਪਿਰਿਚੁਅਲ ਪਰਸਨ ਹੈ, ਲੇਕਿਨ ਡਿਵਾਈਨ ਨਹੀਂ ਹੁੰਦਾ। ਡਿਵਾਈਨ ਹੋਣਾ ਇੱਕ ਖਾਸਾ ਹੈ ਗੁਰਮਤਿ ਦਾ, ਵੀ ਇੱਕ ਤੋਂ ਬਿਨਾਂ ਦੂਜੇ ਦੀ ਗੱਲ ਨਹੀਂ ਕਰਨੀ। ਜਿਹੜਾ ਸਪਿਰਿਚੁਅਲ ਹੈ ਉਹ ਕਰੀ ਜਾਂਦਾ, ਸਾਰਿਆਂ ਨੂੰ ਮੰਨੀ ਜਾਂਦਾ, ਉਹ ਭਾਵੇਂ ਕਿ ਅਵਸਥਾ ਉਹਦੀ ਵੀ ਕਾਫੀ ਉੱਚੀ ਹੁੰਦੀ ਹੈ, ਛੋਟਾ ਥੋੜ੍ਹੀ ਹੁੰਦਾ ਉਹ। ਸਪਿਰਿਚੁਅਲ ਬੰਦਾ ਆਮ ਬੰਦਿਆਂ ਨਾਲੋਂ ਬਹੁਤ ਉੱਚਾ ਹੁੰਦਾ। ਅਤੇ ਚਲੋ ਇਹਦੀ ਵਿਆਖਿਆ ਹੋਰ ਵੀ ਹੋ ਸਕਦੀ ਹੈ, ਪਰ ਇੱਥੇ ਸੰਕੋਚ ਨਾਲ ਇਹਦਾ ਆਸਰਾ ਕਰ ਰਿਹਾ, ਕਿਉਂਕਿ ਅਜੇ ਸਾਡੀ ਅਵਸਥਾ ਵੀ ਨਹੀਂ ਹੈ ਅਜਿਹੀਆਂ ਗੱਲਾਂ ਸੁਣਨ ਦੀ। ਸਾਨੂੰ ਕਈ ਦਫਾ ਅਸੀਂ ਹੋਰ ਪਾਸੇ ਲੈ ਜਾਂਦੇ, ਕਿਉਂਕਿ ਸਾਡੇ ਦਿਲੋਂ ਦਿਮਾਗ 'ਚ ਉਹ ਕਹਾਣੀਆਂ, ਉਹ ਕਥਾ, ਉਹ ਕਥਾਵਾਂ, ਉਹ ਸਾਖੀਆਂ ਬੈਠੀਆਂ ਜਿਹੜੀਆਂ ਆਪਾਂ ਨੇ ਪਿਓ ਦਾਦਿਆਂ ਤੋਂ ਸੁਣੀਆਂ ਹੋਈਆਂ। ਕਥਾ ਕਹਾਣੀ ਵੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਪਰ ਜਿਹੜੀ ਗੁਰਬਾਣੀ ਹੈ ਇਹ ਕਥਾ ਕਹਾਣੀ ਨਹੀਂ ਹੈ, ਇਹ ਤਾਂ ਮਹਾਂਪੁਰਸ਼ਾਂ ਦੇ ਅੰਦਰੋਂ ਆਈ ਹੈ, ਔਰ ਮਹਾਂਪੁਰਸ਼ਾਂ ਦੇ ਰਾਹੀਂ ਜੁੜ ਕੇ ਅਸੀਂ ਪਰਮਾਤਮਾ ਨੂੰ ਪ੍ਰਾਪਤੀ ਕਰਦੇ ਹਾਂ। ਤਾਂ ਜਿਹੜੀ ਗੁਰਬਾਣੀ ਹੈ ਇਹ ਤੱਤ ਨੂੰ ਵਿਖਾਣਦੀ ਹੈ, ਇਹ ਕਥਾ ਕਹਾਣੀ ਨਹੀਂ ਹੈ। ਇਹਨਾਂ ਗੱਲਾਂ ਨੂੰ ਵਿਚਾਰਿਓ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਦੇਖੋ ਦੋਏ ਸਰੂਪ ਹੁੰਦੇ ਗੁਰਬਾਣੀ 'ਚ, ਤਾਂ ਹੀ ਤਾਂ ਸਮਝ ਨਹੀਂ ਆਉਂਦੀ ਗੁਰਬਾਣੀ ਦੀ। ਕਿਤੇ ਤਾਂ ਗੁਰਬਾਣੀ ਨੇ ਇਹ ਲਿਖ ਦਿੱਤਾ ਵੀ ਵੇਦਾਂ 'ਚ ਨਾਮ ਉੱਤਮ ਹੈਗਾ, ਕਿਤੇ ਕਿਤੇ ਇਹ ਵੀ ਲਿਖਦੀ ਹੈ, 10ਵੇਂ ਪਾਤਸ਼ਾਹ ਫਰਮਾਉਂਦੇ, ਜਿਨ ਕੀ ਸੁਤ ਪ੍ਰਭ ਚਰਨਨ ਲਾਗੀ, ਤੇ ਵੇਦਨ ਤੇ ਭਏ ਤਿਆਗੀ। ਜਿਨ੍ਹਾਂ ਦੀ ਸੁਤਾ ਚਰਨਾਂ ਨਾਲ ਜੁੜ ਜਾਂਦੀ ਹੈ ਰੱਬ ਦੇ ਨਾਲ, ਉਹ ਵੇਦਾਂ ਦਾ ਤਿਆਗ ਕਰ ਦਿੰਦੇ। ਗੁਰਬਾਣੀ ਪ੍ਰਤੀ ਵੀ ਹੈ ਕਿਤੇ ਐਸਾ ਲਿਖਿਆ, ਤਾਂ ਫਿਰ ਕਾਰਨ ਕਿਆ ਹੈ? ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਚਾਰੇ ਵੇਦ ਤਿੰਨੇ ਗੁਣਾਂ ਦੀ ਗੱਲ ਕਰਦੇ ਆ, ਮਾਇਆ ਦੀਆਂ ਦੀ, ਰਜੋ ਸਤੋ ਤਮੋ ਦੀ। ਜਿਹੜੀ ਤੁਰਿਆ ਚੌਥੀ ਹੈ, ਐਵਰ ਅਵੇਕ, ਚੌਥਾ ਗੁਣ, ਚੌਥੀ ਪਦਵੀ ਜਿਹੜੀ, ਉਹਦੀ ਅਵਸਥਾ ਦਾ ਪਤਾ ਲੱਗਦਾ ਸਤਿਗੁਰੂ ਤੋਂ, ਉਹ ਵੇਦਾਂ ਨੂੰ ਪਤਾ ਨਹੀਂ ਹੈ। ਗੁਰ ਕੀ ਮਹਿਮਾ ਵੇਦ ਨਾ ਜਾਣੈ, ਸਾਧ ਕੀ ਮਹਿਮਾ ਵੇਦ ਨਾ ਜਾਣੈ। ਨਹੀਂ ਜਾਣ ਸਕਦੇ ਵੇਦ ਨੂੰ। ਗੁਰੂ ਸੰਤ ਇਹ ਬਹੁਤ ਉੱਚੀ ਅਵਸਥਾ ਹੈ, ਉਹ ਡਿਵਾਈਨ ਹੁੰਦੇ, ਉਹਨਾਂ ਤੋਂ ਪਤਾ ਚੱਲਦਾ ਇਹ ਅਵਸਥਾ ਦਾ। ਇਹ ਗੁਰਬਾਣੀ 'ਚ ਲਿਖੀ ਹੋਈ ਬਾਤ ਹੈ, ਵਾਰ ਵਾਰ ਆਉਂਦੀ ਹੈ। ਤੋ ਇਸੀ ਕਰਕੇ ਸਾਨੂੰ ਸਮਝ ਨਹੀਂ ਆਉਂਦੀ ਫਿਰ ਇਹ ਕਿਉਂ ਕਿਹਾ ਗੁਰੂ ਮਹਾਰਾਜ, ਗੁਰੂ ਅਮਰਦਾਸ ਜੀ ਨੇ, ਵੀ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਹੀਂ। ਆਪਾਂ ਨੇ ਪੜ੍ਹਿਆ ਨਹੀਂ ਹੁਣੇ ਪਿੱਛੇ ਮੁੰਡਕਾ ਉਪਨਿਸ਼ਦ ਵਿੱਚ ਆਉਂਦਾ, ਹਾਇਰ ਨੌਲੇਜ ਔਰ ਲੋਅਰ ਨੌਲੇਜ, ਵਾਟ ਇਜ਼ ਦਿਸ। ਇਹ ਨਾਮ ਦੀ ਬਾਤ ਤਾਂ ਪਾਈ ਹੈ ਨਖੇੜ ਕੇ, ਵੀ ਏਕੇ ਨਾਲ ਜੁੜੋ, ਰੱਬ ਦੇ ਪ੍ਰਤੀ ਕਰੋ ਜੋ ਵੀ ਕਰਨਾ, ਡੁਐਲਿਟੀ 'ਚ ਨਾ ਕਰੋ।
ਤੋ ਵੇਦਾਂ ਦੇ ਵਿੱਚ ਆਉਂਦੀ, ਵੇਦਾਂ ਦਾ ਜਿਹੜਾ ਲੇਟਰ ਭਾਗ ਹੈ ਜਿਹਨੂੰ ਉਪਨਿਸ਼ਦ ਕਿਹਾ ਜਾਂਦਾ, ਉਹਦੇ ਵਿੱਚ ਨਾਮ ਦੀਆਂ ਬਹੁਤ ਬਾਤਾਂ। ਕ੍ਰਿਸ਼ਨ ਜੀ ਪਵਿੱਤਰ ਗੀਤਾ ਦੇ ਵਿੱਚ ਲਿਖ ਰਹੇ ਹੈ, ਅਰਜਨ ਨੂੰ ਸਮਝਾ ਰਹੇ ਹੈ, ਤ੍ਰੈ ਗੁਣ ਵਿਸ਼ੇ ਵੇਦਾ ਨਿਸਤਰੈ ਗੁਣਿਓ ਭਾਵ ਅਰਜੁਨ। ਹੇ ਅਰਜੁਨ, ਜਿਹੜੇ ਤਿੰਨੇ ਵੇਦ ਹੈ ਉਹ ਤਿੰਨਾਂ ਗੁਣਾਂ ਦੀ ਗੱਲ ਕਰਦੇ हैं। ਤ੍ਰੈ ਗੁਣ ਵਿਸ਼ੇ ਵੇਦਾ ਨਿਸਤਰੈ, ਉਤਾਰਾ ਪਾਰ ਉਤਾਰਾ ਕਿਹਦੇ ਨਾਲ ਹੋਣਾ? ਗੁਣਿਓ, ਚੌਥੇ ਗੁਣ ਨਾਲ। ਚੌਥਾ ਲੁਪਤ ਸ਼ਬਦ ਹੈ। ਨਿਸਤਰੈ ਗੁਣਿਓ ਭਾਵ ਅਰਜੁਨ। ਹੇ ਅਰਜੁਨ, ਵੇਦ ਤਿੰਨਾਂ ਗੁਣਾਂ ਦੀ ਗੱਲ ਕਰਦੇ हैं, ਨਿਸਤਾਰਾ ਚੌਥੇ ਗੁਣ ਨਾਲ ਹੋਣਾ ਹੈ, ਚੌਥੇ ਪਦ ਨਾਲ ਹੋਣਾ ਹੈ, ਜਿਹਨੂੰ ਆਪਾਂ ਡਿਵਿਨਿਟੀ ਕਿਹਾ ਜਾਂਦਾ ਹੈ। ਨਿਸਤਾਰਾ ਉਹਦੇ ਨਾਲ ਹੋਣਾ। ਸੋ ਚਲੋ ਸਾਧ ਸੰਗਤ ਜੀ, ਉਹ ਵਿਚਾਰ ਆਪਣੀ ਤੁੱਛ ਬੁੱਧੀ ਅਨੁਸਾਰ ਹਕੀਰ ਬੁੱਧੀ ਦੁਆਰਾ ਕਰੀਏ। ਬਹੁਤਿਆਂ ਨੂੰ ਇਹ ਰਾਸ ਵੀ ਨਹੀਂ ਆਉਣੀ, ਪਤਾ ਹੈ ਦਾਸ ਨੂੰ ਇਸ ਗੱਲ ਦਾ, ਕਿਉਂਕਿ ਅਵਸਥਾ ਵੀ ਤਾਂ ਚਾਹੀਦੀ ਹੈ ਸੁਣਨ ਵਾਸਤੇ। ਉਹੀ ਜੀ ਜਿਹਨੇ ਕਥਾ ਕਹਾਣੀਆਂ ਹੀ ਸੁਣੀਆਂ ਹੋਈਆਂ, ਉਹਨਾਂ ਨੂੰ ਇਹ ਕਿਵੇਂ ਚੰਗੀ ਲੱਗ ਸਕਦੀ ਹੈ। ਸੋ ਚਲੋ ਉਹਨਾਂ ਤੋਂ ਮਾਫੀ ਮੰਗਦੇ ਹਾਂ ਆਪਾਂ। ਗੁਰਬਾਣੀ ਦੀ ਕਿੰਨਿਆਂ ਕੁ ਨੂੰ ਸਮਝ ਲੱਗਦੀ ਹੈ। ਦਾਸਰੇ ਨੂੰ ਇੱਕ ਵਾਰ ਇਹ ਵੀ ਗੱਲ ਕਹੀ ਸੀ ਕਿਸੇ ਪ੍ਰੋਫੈਸਰ ਨੇ, ਕਹਿੰਦਾ ਜੀ ਤੁਸੀਂ ਇੰਨੀਆਂ ਉੱਚੀਆਂ ਗੱਲਾਂ ਕਰਦੇ ਆ ਸੰਗਤ ਵਿੱਚ, PhD ਲੈਵਲ ਦੇ ਕਹਿੰਦਾ ਸੀ ਉਹ, ਵੀ ਇੱਥੇ ਤਾਂ ਸੰਗਤ ਦੂਜੀ ਚੌਥੀ ਵਾਲੀ ਬੈਠੀ ਹੈ, ਵੀ ਤੁਸੀਂ ਨਾ ਕਰਿਆ ਕਰੋ। ਮੈਂ ਕਿਹਾ ਜੀ ਗੱਲ ਤਾਂ ਤੁਹਾਡੀ ਠੀਕ ਹੈ ਇੱਕ ਪੱਖ ਤੋਂ, ਪਰ ਦੂਜਾ ਪੱਖ ਇਹ ਵੀ ਹੈ ਵੀ ਗੁਰਬਾਣੀ ਦਾ ਆਪਾਂ ਪਠਨ ਪਾਠਨ ਕਰਦੇ ਵੀ ਹਾਂ, ਕਰਵਾਉਂਦੇ ਵੀ ਹਾਂ, ਅਖੰਡ ਪਾਠ ਸਾਹਿਬ ਸਹਿ ਸਧਾਰਨ ਪਾਠ ਕਰਾਉਂਦੇ, ਵੀ ਉਹਦਾ ਕਿ ਆਪਾਂ ਨੂੰ ਪਤਾ ਚੱਲਦਾ, ਫਿਰ ਉਹ ਛੱਡ ਦਈਏ ਕਰਨੇ? ਨਹੀਂ, ਕਹਿੰਦਾ ਇਹ ਤਾਂ ਮੈਂ ਨਹੀਂ ਕੁਛ ਵੀ ਕਹਿ ਸਕਦਾ ਇਹਦੇ ਬਾਰੇ, ਕਿਉਂਕਿ ਉਹ ਪ੍ਰੋਫੈਸਰ ਤ੍ਰੈਗੁਣੀ ਸੀਗਾ, ਉਹਨੂੰ ਤਾਂ ਧਾਰਮਿਕ ਇੱਧਰ ਖਿਆਲ ਹੀ ਨਹੀਂ ਸੀਗਾ। ਉਹ ਕਹਿੰਦਾ ਜੀ ਇਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿੰਦਾ, ਪਰ ਉਹ ਐਂ ਵੀ ਗਿਆ, ਉਹਨੇ ਕਹਿੰਦਾ ਪਾਠਾਂ 'ਚੋਂ ਕਿਆ ਨਿਕਲਦਾ। ਚਲੋ ਉਹਦੀ ਆਪਣੀ ਧਾਰਮਿਕ ਪ੍ਰਵਿਰਤੀ ਇਸ ਤਰ੍ਹਾਂ ਦੀ ਸੀ, ਮੰਨਦੀ ਵੀ ਉਹ ਮੰਨਦਾ ਨਹੀਂ ਸੀਗਾ, ਨਾਸਤਿਕ ਟਾਈਪ ਸੀਗਾ। ਤੋ ਜਦੋਂ ਗੁਰਬਾਣੀ ਦਾ ਨਹੀਂ ਸਾਨੂੰ ਸਮਝ ਲੱਗਦੀ, ਫਿਰ ਅਸੀਂ ਗੁਰਬਾਣੀ ਨੂੰ ਛੱਡ ਦਈਏ? ਸਾਨੂੰ ਤਾਂ ਹਦਾਇਤ ਹੈ ਵੀ ਅੱਠੇ ਪਹਿਰ ਪੜ੍ਹੋ। ਸ੍ਰੀ ਦਰਬਾਰ ਸਾਹਿਬ ਤੋਂ ਕਿੰਨੇ ਘੰਟੇ, 21 ਘੰਟੇ ਦੇ ਕਰੀਬ ਕੀਰਤਨ ਚੱਲਦਾ। ਸੋ ਜੇ ਆਪਾਂ ਨੂੰ ਵਿਚਾਰ ਦੀ ਸਮਝ ਨਹੀਂ ਆਉਂਦੀ, ਸੌਖੀ ਕਰੀ ਹੋਈ ਖੁਲਾਸੇ ਦੀ ਸਮਝ ਨਹੀਂ ਆਉਂਦੀ, ਤਾਂ ਗੁਰਬਾਣੀ ਦੀ ਸਮਝ ਕਿੱਥੋਂ ਆਊ? ਫਿਰ ਆਪਣਾ ਆਪਣਾ ਨਜ਼ਰੀਆ ਹੁੰਦਾ। ਠੀਕ ਹੈ, ਉਹਨੇ ਆਪਣੀ ਜਗ੍ਹਾ ਕਿਹਾ ਪ੍ਰੋਫੈਸਰ ਸਾਹਿਬ ਨੇ ਵੀ ਨਹੀਂ ਸਮਝ ਆਉਂਦੀ, ਵੀ ਉਹਨੂੰ ਆਪ ਨਹੀਂ ਸੀ ਆ ਰਹੀ, ਤਦ ਉਹਨੇ ਕਹੀ ਸੀ ਇਹ ਗੱਲ। ਪਰ ਹੁਣ ਇਹਦਾ ਮਤਲਬ ਹੈ ਵੀ ਫਿਰ ਵਿਚਾਰ ਛੱਡ ਦਈਏ? ਇਹ ਵੀ ਗੱਲ ਠੀਕ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਇਹ ਹੈ ਵੀ ਆਪ ਵੀ ਜਪੋ, ਦੂਜਿਆਂ ਨੂੰ ਵੀ ਜਪਾਓ, ਉਹਦੇ ਤਹਿਤ ਚੱਲਦੇ ਹਾਂ। ਕਿਸੇ ਨੂੰ ਨਾ ਚੰਗੀ ਲੱਗੇ ਤਾਂ ਜੁਦੀ ਗੱਲ ਹੈ, ਹੁਣ ਉਹਦੇ ਬਾਰੇ ਤਾਂ ਕੁਛ ਕਹਿ ਨਹੀਂ ਸਕਦਾ ਦਾਸਰਾ। ਅਸੀਂ ਤਾਂ ਗੁਰੂ ਸਾਹਿਬ ਦੇ ਪਿੱਛੇ ਚੱਲਣੇ ਵਾਲੇ ਹਾਂ, ਉਹਨਾਂ ਦੇ ਚਰਨਾਂ ਵਰਗੇ ਵੀ ਨਹੀਂ ਹੈ। ਜੇ ਚਰਨ ਵੀ ਬਣ ਜਾਈਏ ਤਾਂ ਵੀ ਚੰਗਾ ਹੈ, ਅਤੇ ਉਹਨਾਂ ਤੋਂ ਨਹੀਂ ਮੰਨੇ ਲੋਕ। ਕੋਈ ਕੋ ਆਖੇ ਭੂਤਨਾ, ਕੋ ਕਹੇ ਬੇਤਾਲਾ। ਸਾਡਾ ਤਾਂ ਫਿਰ ਕੋਈ ਗੱਲ ਹੀ ਨਹੀਂ, ਅਸੀਂ ਤਾਂ ਇਸ ਗੱਲ ਨੂੰ ਸੋਚਣਾ ਹੀ ਨਹੀਂ ਹੈ, ਆਪਣੀ ਗੱਲ ਕਹਿਣੀ ਹੈ ਗੁਰਬਾਣੀ ਦੀ, ਜੋ ਮਹਾਰਾਜ ਕਹਾਉਂਦਾ। ਬਾਕੀ ਕੋਈ ਸਿੱਖਦਾ ਨਹੀਂ ਸਿੱਖਦਾ ਉਹਦੀ ਮਰਜ਼ੀ, ਉਹ ਵੀ ਤਾਂ ਭਾਣੇ ਵਿੱਚ ਹੈ। ਜਿੱਧਰ ਨੂੰ ਉਹਨੇ ਲਾਏ ਵੇ ਉੱਧਰ ਹੀ ਲੱਗਣਾ, ਜਿਹਦੇ ਕਰਮਾਂ 'ਚ ਨਹੀਂ ਹੈ ਜਾਗਣਾ, ਉਹਨੇ ਸੁੱਤੇ ਰਹਿਣਾ। ਗੁਰਬਾਣੀ ਜਗਾ ਰਹੀ ਹੈ, ਉਹ ਨਹੀਂ ਗੁਰਬਾਣੀ ਨੂੰ ਉੱਧਰ ਨੂੰ ਫੋਲੋ ਕਰਦੇ। ਹਾਲਾਂਕਿ ਗੁਰਬਾਣੀ ਨੂੰ ਉੱਪਰੋਂ ਉੱਪਰੋਂ ਕਰਦੇ ਆ, ਪਠਨ ਪਾਠਨ ਵੀ ਕਰਾਉਣਗੇ, ਲੇਕਿਨ ਵਿੱਚ ਦੀ ਗੱਲ ਨਹੀਂ ਪਕੜਨੀ ਉਹਨਾਂ ਨੇ, ਵੀ ਗੁਰਬਾਣੀ ਫਰਮਾਉਂਦੀ ਕਿਆ, ਕਹਿੰਦੀ ਕਿਆ। ਗੁਰਬਾਣੀ ਨੂੰ ਡਿਊਅਲਿਟੀ ਵਿੱਚ ਲੈ ਕੇ ਜਾਂਦੇ। ਚਾਹੀਦਾ ਤਾਂ ਇਹ ਹੈ ਵੀ ਗੁਰਬਾਣੀ ਪੜ੍ਹ ਸੁਣ ਕੇ ਅਸੀਂ ਏਕੇ 'ਚ ਆਈਏ ਖੁਦ, ਕਿਉਂਕਿ ਗੁਰਬਾਣੀ ਏਕਾ ਹੈ। ਅਸੀਂ ਏਕੇ ਨੂੰ ਇਹ ਦੂਜਾ ਬਣਾਉਣ ਲੱਗੇ ਹੋਏ, ਮੜੀਆਂ 'ਚ ਲਿਜਾਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਇਹ ਏਕੇ ਨੂੰ ਦੂਜਾ ਬਣਾਉਣਾ। ਸਿੱਖ ਨੂੰ ਤਾਂ ਸ਼ਰਮ ਨਾਲ ਸਿਰ ਝੁਕ ਜਾਣਾ ਚਾਹੀਦਾ ਬੰਦੇ ਦਾ, ਜਿਹੜਾ ਇਸ ਤਰ੍ਹਾਂ ਦੇ ਕਰਮ ਕਰਦਾ, ਜਿਹੜਾ ਗੁਰਬਾਣੀ ਨੂੰ ਚੌਥੇ ਪਦ ਵਾਲੀ ਨੂੰ ਤਿੰਨਾਂ ਗੁਣਾਂ 'ਚ ਲੈ ਕੇ ਆਉਂਦਾ, ਸਮਝਦਾ ਉਸ ਤਰ੍ਹਾਂ। ਤਾਂ ਚਲੋ ਸਾਧ ਸੰਗਤ ਜੀ ਦਿਓ ਆਗਿਆ, ਕਿਸੇ ਵੀ ਅਪਸ਼ਬਦ ਦੀ ਦੁਬਾਰਾ ਤੋਂ ਦਾਸਰਾ ਖਿਮਾ ਮੰਗਦਾ, ਔਰ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ